ਵਾਈਨ ਨੂੰ ਇਹ ਹੈਗਾ ਕਿ ਤੁਸੀਂ ਅੱਧੀ ਬੋਤਲ ਪੀ ਜਾਂਦਾ ਬੰਦਾ, ਕਈ ਵਾਰੀ ਬੋਤਲ ਵੀ ਪੀ ਜਾਂਦਾ। ਜੇ ਵਾਈਨ ਦਾ 1-2 ਗਲਾਸ ਪੀਂਦਾ ਫਿਰ ਵਾਈਨ ਵਾਕਈ ਵਿਸਕੀ ਦੇ ਮੁਕਾਬਲੇ ਯੂਜ਼ਫੁਲ ਜ਼ਿਆਦਾ। ਜੜੀਆਂ ਬੂਟੀਆਂ ਕਿਸ ਤਰੀਕੇ ਨਾਲ ਮਦਦ ਕਰ ਸਕਦੀਆਂ ਨੇ ਇੰਡੀਆ ਦੀ ਸ਼ਰਾਬ ਦੀ ਇਕਨੋਮੀ ਨੂੰ ਬੈਲੈਂਸ ਕਰਨ ਲਈ ਜਾਂ ਉਹਦੇ ਚੋਂ ਪ੍ਰੋਫਿਟ ਗੇਨ ਕਰਨ? ਇਸ ਕਰਕੇ ਜਿੱਥੇ ਤੱਕ ਇੰਡੀਅਨ ਵਿਸਕੀਜ਼ ਦੀ ਗੱਲ ਹੈ, ਇੰਡੀਅਨ ਲੋਕ ਵਿਸਕੀ ਬਹੁਤ ਅੱਛੀ ਬਣਾਉਣੀ ਜਾਣਦੇ ਨੇ। ਇੰਡੀਆ ਦੇ ਵਿੱਚ ਵਿਸਕੀ ਸਕਾਟਲੈਂਡ ਤੋਂ ਵੀ ਵਧੀਆ ਬਣ ਸਕਦੀ ਹੈ। ਵਿਸਕੀ ਦਰਅਸਲ 2 ਜਾਂ 3 ਡਰਿੰਕ ਤੋਂ ਵੱਧ ਨਹੀਂ ਪੀਣੀਆਂ ਚਾਹੀਦੀਆਂ। ਪ੍ਰੋਗਰਾਮ ਟੇਕ ਕੇਅਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ। ਅੱਜ ਹਰ ਵਾਰ ਦੀ ਤਰ੍ਹਾਂ ਡਾਕਟਰ ਜੋਗਿੰਦਰ ਟਾਈਗਰ ਜੀ ਨੂੰ ਅਸੀਂ ਆਮੰਤਰਿਤ ਕੀਤਾ ਹੈ ਔਰ ਬਹੁਤ ਹੀ ਰੋਚਕ ਗੱਲਾਂ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਡਾਕਟਰ ਜੋਗਿੰਦਰ ਟਾਈਗਰ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਥੈਂਕ ਯੂ ਵੈਰੀ ਮਚ ਜੀ, ਮੈਨੂੰ ਬੜਾ ਚੰਗਾ ਲੱਗਿਆ ਤੁਸੀਂ ਮੈਨੂੰ ਇੱਥੇ ਬੁਲਾਇਆ ਤੇ ਅਸੀਂ ਲੋਕਾਂ ਦੇ ਨਾਲ ਰੂਬਰੂ ਗੱਲਾਂ ਕਰਾਂਗੇ। ਮੈਂ ਇੱਕ ਜਾਣਕਾਰੀ ਦਰਸ਼ਕਾਂ ਨੂੰ ਦੇ ਦਾਂ ਕਿ ਅਗਲੀ ਵਾਰੀ ਅਸੀਂ ਕੋਸ਼ਿਸ਼ ਕਰਾਂਗੇ ਕਿ ਡਾਕਟਰ ਸਾਹਿਬ ਦੇ ਫਨ ਵਿਲਾ ਦੇ ਵਿੱਚ, ਜਿੱਥੇ ਇਹ ਆਮ ਕਰਕੇ ਮਰੀਜ਼ਾਂ ਨੂੰ ਵੀ ਦੇਖਦੇ ਨੇ ਔਰ ਜੜੀਆਂ ਬੂਟੀਆਂ ਦਾ ਕੰਮ ਵੀ ਕਰਦੇ ਨੇ, ਹਰਬਸ ਦਾ ਕੰਮ ਕਰਦੇ ਨੇ, ਉੱਥੇ ਜਾ ਕੇ ਐਪੀਸੋਡ ਸ਼ੂਟ ਕਰਨ ਦੀ ਕੋਸ਼ਿਸ਼ ਕਰਾਂਗੇ ਡਾਕਟਰ ਸਾਹਿਬ ਦੀ ਥਾਂ ਤੇ ਜਾ ਕੇ। ਔਰ ਦਰਸ਼ਕਾਂ ਨੂੰ ਬਹੁਤ ਸ਼ਾਇਦ ਇਸ ਚੀਜ਼ ਦਾ ਇੰਤਜ਼ਾਰ ਹੈ ਕਿ ਡਾਕਟਰ ਸਾਹਿਬ ਦੀ ਰਹਿਣੀ ਸਹਿਣੀ ਕਿਸ ਤਰ੍ਹਾਂ ਦੀ ਹੈ। ਉਹ ਸਾਰੀਆਂ ਗੱਲਾਂ ਅਸੀਂ ਅਗਲੇ ਐਪੀਸੋਡ ਦੇ ਵਿੱਚ ਕੋਸ਼ਿਸ਼ ਕਰਾਂਗੇ। ਤੇ ਅੱਜ ਜਿਹੜਾ ਵਿਸ਼ਾ ਅਸੀਂ ਚੁਣਿਆ ਆ ਉਹ ਹੈ ਅਰਕ, ਜਿਹੜੇ ਕਿ ਹਰੇਕ ਪੰਜਾਬੀ, ਭਾਰਤੀ ਔਰ ਵਿਸ਼ਵ ਦੇ ਹਰ ਕੋਨੇ ਦੇ ਵਿੱਚ ਇਹਨਾਂ ਦੀ ਵਰਤੋਂ ਹੋ ਰਹੀ ਹੈ। ਡਾਕਟਰ ਸਾਹਿਬ, ਤੁਸੀਂ ਕਈ ਮੁਲਕ ਘੁੰਮੇ ਹੋਏ ਹੋ, ਤੁਸੀਂ ਹਰੇਕ ਮੁਲਕ ਦੇ ਵਿੱਚ ਜਾ ਕੇ ਅਰਕਾਂ ਦੀ ਪਛਾਣ ਵੀ ਕੀਤੀ ਹੋਣੀ ਹੈ, ਕਿਉਂਕਿ ਤੁਸੀਂ ਖੋਜੀ ਬੰਦੇ ਹੋ, ਖੋਜਕਾਰੀ ਬੰਦੇ ਹੋ, ਤੁਹਾਡਾ ਇੰਟਰਸਟ ਇਸ ਚੀਜ਼ ਦੇ ਵਿੱਚ ਹੈ। ਅਰਕ ਜਿਹਨੂੰ ਕਿ ਅਸੀਂ ਸ਼ਰਾਬ ਦਾ ਨਾਮ ਵੀ ਦਿੰਦੇ ਹਾਂ ਜੀ, ਇਹਨਾਂ ਬਾਰੇ ਜਾਣਕਾਰੀ ਦਿਓ। ਇਹ ਕਦੋਂ ਪੈਦਾ ਹੋਏ, ਕਿੱਥੋਂ ਪੈਦਾ ਹੋਏ ਔਰ ਇਹਨਾਂ ਦੀ ਵਰਤੋਂ ਅੱਜ ਕੱਲ੍ਹ ਕਿਸ ਤਰੀਕੇ ਨਾਲ ਕੀਤੀ ਜਾ ਰਹੀ ਹੈ? ਇਹ ਬੜਾ ਅੱਛਾ ਗੱਲ ਹੈ, ਅੱਛਾ ਟੌਪਿਕ ਹੈ ਜਿਹੜਾ ਤੁਸੀਂ ਸ਼ੁਰੂ ਕੀਤਾ। ਦਰਅਸਲ ਜਦੋਂ ਅਸੀਂ ਅਰਕਾਂ ਦੀ ਜਾਂ ਸ਼ਰਾਬ ਦੀ ਗੱਲ ਕਰਦੇ ਹਾਂ, ਇਹਦਾ ਅਸਲੀ ਇਤਿਹਾਸ ਸਾਨੂੰ ਸਮਝਣ ਲਈ ਜਿਹਨੂੰ ਅੱਜ ਕੱਲ੍ਹ ਇਜਿਪਟ ਕਹਿੰਦੇ ਹੈ, ਉਹ ਮਿਸਰ ਦੇ ਤੋਂ ਇਹਦਾ ਪਤਾ ਲੱਗਦਾ ਹੈ। ਮਿਸਰ ਤੋਂ ਲੈ ਕੇ ਇੰਡੀਅਨ ਸਬ ਕੰਟੀਨੈਂਟ ਤੱਕ ਇਹ 3000 ਤੋਂ 3500 ਸਾਲ ਪੁਰਾਣਾ ਇਹਦਾ ਇਤਿਹਾਸ ਸਾਨੂੰ ਮਿਲਦਾ ਹੈ। ਉਹਦੇ ਵਿੱਚ ਮਿਸਰ ਦੇ ਲੋਕ ਇਸ ਅਰਕ ਨੂੰ ਦਵਾਈਆਂ ਦੇ ਰੂਪ ਦੇ ਵਿੱਚ ਅਤੇ ਦੂਜੇ ਪਾਸੇ ਨਸ਼ੇ ਦੇ ਰੂਪ ਵਿੱਚ ਕਿਵੇਂ ਬਣਾਉਂਦੇ ਸੀ, ਇੰਡੀਅਨ ਲੋਕ ਕਿਵੇਂ ਬਣਾਉਂਦੇ ਸੀ, ਇਹਦੇ ਪਿੱਛੇ ਬੜਾ ਲੰਬਾ ਇੱਕ ਬਹੁਤ ਇਤਿਹਾਸ ਹੈ। ਉਹ TV 'ਤੇ ਡਿਫਾਈਨ ਨਹੀਂ ਹੋ ਸਕਦਾ ਕਿਉਂਕਿ ਬਹੁਤ ਵਕਤ ਦੀ ਲੋੜ ਹੈ। ਪਰ ਫਿਰ ਵੀ ਇਹ ਅੱਗੇ ਦੀ ਅੱਗੇ ਫੈਲਦਾ ਪਰਸ਼ੀਆ ਤੋਂ ਫਿਰ ਸੈਂਟਰ ਸੀ ਪਰਸ਼ੀਆ ਦਾ ਪੈਂਦਾ, ਯੂਨਾਨ ਨੂੰ ਹੁੰਦਾ ਹੋਇਆ ਈਸਟ ਯੂਰਪ 'ਚ ਗਿਆ, ਫਿਰ ਇਹ ਯੂਰਪ ਦੇ ਵਿੱਚ ਗਿਆ। ਇਸ ਤਰ੍ਹਾਂ ਇਹ ਸਾਰੀ ਦੁਨੀਆ ਦੇ ਵਿੱਚ ਇਹ ਫੈਲਿਆ। ਐਕਚੁਅਲੀ ਜਿਹੜੇ ਅਰਕ ਨੇ ਇਹ ਦਵਾਈਆਂ ਦੇ ਰੂਪ ਦੇ ਵਿੱਚ ਵੀ ਮੁੱਢ ਕਦੀਮੋਂ ਕੰਮ ਆਉਂਦੇ ਰਹੇ ਨੇ। ਉਸ ਤੋਂ ਬਾਅਦ ਅਰਕ ਨੂੰ ਅਸੀਂ ਨਸ਼ੇ ਦੇ ਰੂਪ ਦੇ ਵਿੱਚ ਵੀ ਯੂਜ਼ ਕਰਦੇ ਰਹੇ ਹਾਂ। ਉਹ ਨਸ਼ਾ ਦਵਾਈ ਦੇ ਰੂਪ ਦੇ ਵਿੱਚ ਵੀ ਅਸੀਂ ਯੂਜ਼ ਕਰਦੇ ਰਹੇ ਹਾਂ। ਜਿਵੇਂ ਅਸੀਂ ਸ਼ਰਾਬ ਨੂੰ ਜਾਂ ਵਿਸਕੀ ਨੂੰ ਆਮ ਭਾਸ਼ਾ ਦੇ ਵਿੱਚ ਦਾਰੂ ਕਹਿੰਦੇ ਹਾਂ। ਦਾਰੂ ਦਾ ਮਤਲਬ ਹੀ ਦਵਾ ਹੈ ਜੀ। ਜਦੋਂ ਸ਼ਰਾਬ ਨੂੰ ਤੁਸੀਂ ਦਵਾ ਦੇ ਰੂਪ ਦੇ ਵਿੱਚ ਪੀਂਦੇ ਹੋ, ਉਹਦੀ ਖਾਸ ਲਿਮਟਿਡ ਮਾਤਰਾ ਤੱਕ ਪੀਂਦੇ ਹੋ, ਉਦੋਂ ਉਹ ਦਵਾ ਹੈ, ਉਦੋਂ ਉਹ ਦਾਰੂ ਹੈ। ਜਦੋਂ ਉਹਦੀ ਤੁਸੀਂ ਹੱਦ ਨੂੰ ਟੱਪ ਜਾਂਦੇ ਹੋ, ਉਦੋਂ ਫਿਰ ਉਹ ਇੱਕ ਨਸ਼ਾ ਦੇ ਰੂਪ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ, ਇੱਕ ਨਸ਼ਾ ਬਣ ਜਾਂਦਾ ਜੀ। ਇਹਦੀਆਂ ਹੁਣ ਇਹ ਕਈ ਥਾਵਾਂ 'ਤੇ ਜਿਹੜੇ ਤਾਂ ਦੇਸ਼ਾਂ ਦੇ ਵਿੱਚ ਹਰੇਕ ਲੋਕ ਘਰੇ ਲੋਕਲ ਕੱਢਦੇ ਹੈ, ਆਪਦੇ ਘਰਾਂ 'ਚ ਕੱਢਦੇ ਹੈ ਜਾਂ ਆਪਦੇ ਮੁਲਕ 'ਚ ਕੱਢਦੇ ਹੈ, ਉਹਨੂੰ ਦੇਸੀ ਦਾਰੂ ਕਹਿੰਦੇ ਨੇ। ਸਾਡੇ ਇੰਡੀਆ ਦੇ ਵਿੱਚ ਉਹਨੂੰ ਠਰਰਾ ਵੀ ਕਹਿੰਦੇ ਨੇ, ਪਰਸ਼ੀਆ 'ਚ ਸ਼ਰਾਬ ਵੀ ਕਹਿੰਦੇ ਨੇ। ਜਿਹੜੀ ਅੰਗਰੇਜ਼ਾਂ ਦੇ ਵੱਲ ਅੱਗੇ ਹੈਗੀ ਹੈ, ਉਹਦੇ ਅਲੱਗ-ਅਲੱਗ ਨਾਂ ਨੇ। ਜਿਵੇਂ ਰੂਸ ਦੇ ਵਿੱਚ ਜਿਹੜੀ ਬੜੀ ਫੇਮਸ ਹੋਈ, ਪੋਲੈਂਡ ਦੇ ਵਿੱਚ ਬੜੀ ਫੇਮਸ ਹੋਈ, ਉਹਨੂੰ ਵੋਦਕਾ ਕਹਿੰਦੇ ਨੇ। ਉਹਦੇ ਨੇੜੇ ਤੇੜੇ ਜਿੰਨੇ ਸਲਵਾਕ ਦੂਜੇ ਕੰਟਰੀ ਦੇ ਵਿੱਚ ਫੇਮਸ ਹੋਈ, ਉਹਦਾ ਨਾਮ ਵੋਦਕਾ ਸੀ। ਵੋਦਕਾ ਦਰਅਸਲ ਰੂਸੀ ਭਾਸ਼ਾ ਦੇ ਵਿੱਚ ਥੱਲੇ ਹੀ ਹਿੱਸੇ ਦੇ ਵਿੱਚ ਪੋਲੈਂਡ ਤੱਕ ਬੋਧਾ ਮਤਲਬ ਵਾਟਰ ਨੂੰ ਕਹਿੰਦੇ ਨੇ ਵੀ ਉਹ ਬਿਲਕੁਲ ਟਰਾਂਸਪੇਰੈਂਟ ਪਾਣੀ ਵਰਗੀ ਜਿਹੜੀ ਸਾਫ਼ ਸੁਥਰੀ ਬਿਨਾਂ ਕਿਸੇ ਚੀਜ਼ ਦੇ ਮਿਕਸ ਤੋਂ, ਜਿਹਦੇ 'ਚ ਸਿਰਫ ਐਥੇਨੋਲ ਹੀ ਹੁੰਦਾ ਹੈ। ਇੱਕ ਮੈਥਨੋਲ ਹੁੰਦਾ, ਇੱਕ ਐਥੀਨੋਲ ਹੁੰਦਾ। ਮੈਥੀਨੋਲ ਸਪਿਰਿਟ ਜਿਹੜਾ ਹੈਗਾ, ਜਦੋਂ ਅਕਸਰ ਲੋਕਾਂ ਦੀਆਂ ਅੱਖਾਂ ਚਲੇ ਜਾਂਦੀਆਂ ਸ਼ਰਾਬ ਨਾਲ, ਜਾਂ ਲੋਕਾਂ ਨੂੰ ਹੈਂਗਓਵਰ ਹੁੰਦਾ ਜਾਂ ਵੋਮਟਿੰਗ ਲੱਗਦੀ ਹੈ, ਉਹ ਜਦੋਂ ਸ਼ਰਾਬ ਦੇ ਵਿੱਚ ਮੈਥੀਨੋਲ ਦੀ ਮਿਕਸ ਹੁੰਦੀ ਹੈ ਤਾਂ ਹੁੰਦਾ ਹੈ। ਉੱਥੇ ਉਹ ਜਿਹੜੀ ਵੋਦਕਾ ਜਿਹੜੀ ਹੈ ਉਹ ਐਥਨੋਲ ਹੈ। ਜਿਹੜੀ ਸਾਡੇ ਅਸੀਂ ਘਰਾਂ ਦੇ ਵਿੱਚ ਕੱਢਦੇ ਹੈਗੇ ਦਾਰੂ, ਉਹਦੇ ਵਿੱਚ ਥੋੜ੍ਹੀ ਜਿਹੀ ਕਦੇ ਮੈਥਨੋਲ ਦੀ ਮਿਕਦਾਰ ਆ ਜਾਂਦੀ ਹੈ, ਜਿਹਦੇ ਕਰਕੇ ਉਹ ਦਾਰੂ ਤੰਗ ਕਰਦੀ ਹੈਗੀ ਹੈ। ਉਸ ਤੋਂ ਅੱਗੇ ਜਿਹੜੀ ਅੱਗੇ ਯੂਰਪ ਦੇ ਵਿੱਚ ਹੈਗੀ ਹੈ, ਯੂਰਪ ਦੇ ਵਿੱਚ ਕਈ ਦੇਸ਼ਾਂ 'ਚ ਦਾਰੂ ਨਿਕਲਦੀ ਹੈ। ਜਿਵੇਂ ਫਰਾਂਸ ਹੈਗਾ, ਉਹ ਵਾਈਨ ਲਈ ਬੜਾ ਮਸ਼ਹੂਰ ਹੈਗਾ। ਇਟਲੀ, ਫਰਾਂਸ ਅਤੇ ਸਾਰਾ ਯੂਰਪ। ਦੂਸਰੇ ਪਾਸੇ ਈਸਟ ਯੂਰਪ। ਅਤੇ ਦਰਅਸਲ ਸ਼ਰਾਬ ਤੋਂ ਵੱਧ ਲੋਕਾਂ ਦੀ ਪਹਿਲਾਂ ਹਰਮਨ ਪਿਆਰੀ ਚੀਜ਼ ਜਿਹੜੀ ਰਹੀ ਹੈ ਉਹ ਬੀਅਰ ਰਹੀ ਹੈ।
ਜੀ ਪਾਣੀ ਦੁਨੀਆ ਦੇ ਵਿੱਚ ਚਾਹ ਪਾਣੀ ਤੋਂ ਬਾਅਦ ਤੇ ਕੌਫੀ ਤੋਂ ਬਾਅਦ ਅਗਰ ਸਭ ਤੋਂ ਵੱਧ ਕੋਈ ਚੀਜ਼ ਡਰਿੰਕ ਕੀਤੀ ਜਾਂਦੀ ਹੈ ਉਹ ਬੀਅਰ ਹੈ। ਜੀ ਉਸ ਤੋਂ ਬਾਅਦ ਵਾਈਨ ਹੈਗੀ ਹੈ। ਜੀ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਯੂਜ਼ ਹੋਣ ਵਾਲੀ ਬਿਸਕੀ ਹੈਗੀ, ਜਿਹਨੂੰ ਦੇਸੀ ਦਾਰੂ ਵੀ ਕਹਿੰਦੇ ਆ, ਬਿਸਕੀ ਵੀ ਕਹਿੰਦੇ ਆ, ਰਮ ਵੀ ਕਹਿੰਦੇ ਆ, ਸਕੌਚ ਵੀ ਕਹਿੰਦੇ ਆ, ਕਿੰਨੀ ਨਾਂ ਨੇ। ਜੀ ਇਹ ਇੰਡੀਆ ਤੋਂ ਬਿਨਾਂ ਫਿਰ ਜਿਹੜੀ ਆਪਾਂ ਯੂਰਪ ਦੀ ਗੱਲ ਕਰਦੇ ਸੀ, ਅੱਜ ਕੱਲ੍ਹ ਮੋਸਟਲੀ ਦੁਨੀਆ ਦਾ ਨਿਗਾਹ ਸਕਾਟਲੈਂਡ 'ਤੇ ਹੈ। ਜੀ ਸਕਾਟਲੈਂਡ ਕਰਕੇ ਜਿਹੜੀ ਉੱਥੇ ਵਿਸਕੀ ਬਣਦੀ ਹੈਗੀ ਉਹਨੂੰ ਸਕੌਚ ਕਹਿੰਦੇ ਆ, ਕਿਉਂਕਿ ਸਕਾਟਲੈਂਡ ਦੇ ਵਿੱਚ ਬਣਦੀ ਹੈ, ਉਹਨੂੰ ਤਾਂ ਸਕੌਚ ਕਹਿੰਦੇ ਆ। ਜੀ ਉਸ ਤੋਂ ਅੱਗੇ ਆਇਰਲੈਂਡ 'ਚ ਬਣਦੀ ਹੈਗੀ ਹੈ। ਜੀ ਇਹ ਫਿਰ ਵਿਸਕੀ ਦੀਆਂ ਕਈ ਇਹਦੀ ਕੁਆਲਿਟੀਜ਼ ਹੈਗੀਆਂ, ਸਾਰੀਆਂ ਇਹ ਲੀਕਰ ਦੇ ਅੰਡਰ ਆਉਂਦੀਆਂ ਨੇ। ਜੀ ਜਿਵੇਂ ਇੱਕ ਹੈਗੀ ਹੈ ਲੀਕਰ ਦੇ ਅੰਡਰ, ਪਹਿਲੀ ਹੈਗੀ ਹੈ ਇੱਕ ਵਿਸਕੀ ਆਮ ਹੈਗੀ ਹੈ, ਜੀ ਫਿਰ ਇਹ ਰਮ ਹੈਗੀ ਹੈ, ਫਿਰ ਵੋਦਕਾ ਹੈਗੀ ਹੈ, ਫਿਰ ਬੀਅਰ ਹੈਗੀ ਹੈ, ਫਿਰ ਵਾਈਨ ਹੈਗੀ ਹੈ, ਐਵੇਂ ਅਲੱਗ-ਅਲੱਗ ਨੇ। ਫਿਰ ਮਾਲਟਡ ਹੈਗੀ, ਸਿੰਗਲ ਮਾਲਟਡ ਹੈਗੀ। ਜੀ ਜਿਵੇਂ ਹੁਣ ਇਹਨਾਂ ਬਾਰੇ ਆਪਾਂ ਜੇ ਥੋੜੀ ਗੱਲ ਕਰਨੀ ਹੋਵੇ, ਜੀ ਜਿਹੜੀ ਇੱਕ ਤਾਂ ਹੈਗੀ ਬਲੈਂਡਡ ਵਿਸਕੀ, ਹੂੰ ਜਿਹੜੀਆਂ ਕਈ ਫੈਕਟਰੀਆਂ ਤੇ ਕਈ ਥਾਵਾਂ ਦੀਆਂ ਵਿਸਕੀਜ਼ ਨੂੰ ਮਿਲਾ ਕੇ ਉਹਨਾਂ ਦਾ ਟੇਸਟ ਡਿਵੈਲਪ ਕਰਨ ਲਈ ਉਹਨੂੰ ਬਲੈਂਡ ਕੀਤਾ ਜਾਂਦਾ ਹੈ, ਉਹਨੂੰ ਬਲੈਂਡਡ ਕਹਿੰਦੇ ਆ। ਉਹ 'ਚ ਹੋਰ ਕੋਈ ਫਰਕ ਨਹੀਂ ਹੁੰਦਾ। ਜੀ ਜਿਹੜੀ ਸਿੰਗਲ ਮਾਲਟ ਹੁੰਦੀ ਹੈ ਉਹਦੇ ਵਿੱਚ ਸਿੰਗਲ ਗ੍ਰੇਨਸ ਹੁੰਦੇ ਨੇ। ਗ੍ਰੇਨਸ ਜਿਹੜੇ ਸਿੰਗਲ ਗ੍ਰੇਨਸ ਤੋਂ ਜਿਹੜੀ ਬਣਦੀ ਹੈਗੀ ਹੈ ਉਹਨੂੰ ਸਿੰਗਲ ਮਾਲਟ ਕਹਿੰਦੇ ਨੇ। ਜਿਹੜੀ ਫਿਰ ਉਹੀ ਗ੍ਰੇਨਸ ਕਿਸੇ ਹੋਰ ਥਾਵਾਂ ਤੇ ਸਿੰਗਲ ਮਾਲਟ ਅਲੱਗ-ਅਲੱਗ ਥਾਵਾਂ ਤੇ ਬਣਦੀ ਹੈ, ਉਹਨੂੰ ਮਿਕਸ ਕਰਕੇ ਬਣਾਉਂਦੇ ਨੇ, ਉਹਨੂੰ ਸਿੰਗਲ ਮਾਲਟਡ ਕਹਿੰਦੇ ਆ। ਗ੍ਰੇਨਸ ਸੇਮ ਨੇ, ਅਲੱਗ-ਅਲੱਗ ਜਿਹੜੀਆਂ ਬਰੂਬਰੀਜ਼ ਤੋਂ ਲਿਆ ਕੇ ਵਿਸਕੀ ਨੂੰ ਮਿਕਸ ਕਰਕੇ ਉਹਦਾ ਟੇਸਟ ਡਿਵੈਲਪ ਕਰਨ ਲਈ ਬਣਾਇਆ ਜਾਂਦਾ ਹੈ, ਉਹਨੂੰ ਮਾਲਟਡ ਕਹਿੰਦੇ, ਸਿੰਗਲ ਮਾਲਟਡ। ਵਿਸਕੀ ਦੇ ਵਿੱਚ ਜਿਹੜੀ ਹੈਗੀਆਂ ਨੇ ਉਹ ਅਲੱਗ-ਅਲੱਗ ਗ੍ਰੇਨਸ ਮਿਕਸ ਹੁੰਦੇ ਨੇ, ਉਹ ਅਲੱਗ-ਅਲੱਗ ਵਿਸਕੀਆਂ ਨੂੰ ਮਿਲਾਏ ਜਾਂਦੇ ਨੇ, ਇਸ ਕਰਕੇ ਉਹਨਾਂ ਨੂੰ ਉਹ ਮਿਕਸ ਕੀਤੀ ਨੂੰ ਕਹਿੰਦੇ ਨੇ ਮਾਲਟਡ। ਜਿਹੜੀ ਵਿਸਕੀ ਨੂੰ ਕਹਿੰਦੇ ਨੇ ਉਹ ਮਾਲਟਡ ਵਿਸਕੀਜ਼ ਹੁੰਦੀਆਂ ਨੇ। ਉਸ ਤੋਂ ਅੱਗੇ ਜਿਹੜੀ ਬੀਅਰ ਹੈਗੀ ਹੈ, ਬੀਅਰ ਨੂੰ ਇੱਦਾਂ ਹੁੰਦਾ ਵੀ ਜਿਸ ਚੀਜ਼ ਤੋਂ ਬੀਅਰ ਬਣਾਉਣੀ ਹੈ, ਜਿਸ ਗ੍ਰੇਨਸ ਤੋਂ ਬਣਾਉਣੀ ਹੈ, ਜਿਵੇਂ ਵੀ ਹੁੰਦੀ ਹੈਗੀ ਹੈ, ਪਹਿਲਾਂ ਉਹਨਾਂ ਗ੍ਰੇਨਸ ਨੂੰ ਸਪਰੋਟਿੰਗ ਕਰ ਲਿਆ ਜਾਂਦਾ ਹੈ, ਫਿਰ ਉਸ ਤੋਂ ਬਾਅਦ ਉਹਨੂੰ ਉਬਾਲਿਆ ਜਾਂਦਾ ਹੈ, ਫਿਰ ਕੁੱਟਣ ਤੋਂ ਬਾਅਦ ਉਹਦੇ ਵਿੱਚੋਂ ਯੀਸਟ ਦਾ ਜਿਹੜਾ ਹੈਗਾ ਉਹ ਲਗਾ ਕੇ ਤੜਕੇ ਵਾਂਗੂ ਜਿਵੇਂ ਕਹਿ ਦਈਏ ਜਾਂ ਉਹਨੂੰ ਜਾਗ ਵਾਂਗੂ ਕਹਿ ਦਈਏ, ਉਹਨੂੰ ਛੱਡ ਦਿੱਤਾ ਜਾਂਦਾ ਹੈ। ਫਿਰ ਹੌਲੀ ਹੌਲੀ ਉਹ ਠੰਡੀ ਹੁੰਦੀ ਹੈ, ਉਸ ਤੋਂ ਬਾਅਦ ਉਹਦੇ ਤੋਂ ਫਿਰ ਫਿਲਟਰ ਕਰਕੇ ਬੀਅਰ ਬਣ ਜਾਂਦੀ ਹੈ। ਵਾਈਨ ਦਾ ਵੀ ਇੱਦਾਂ ਹੀ ਹੈਗਾ, ਪਹਿਲਾਂ ਜਿਵੇਂ ਅੰਗੂਰਾਂ ਦੀ ਬਣਾਉਣੀ ਹੈ ਜਾਂ ਕਿਸੇ ਅੰਗੂਰਾਂ ਦੇ ਨਾਲ ਮਿਕਸ ਕਰਕੇ ਕਿਸੇ ਹੋਰ ਚੀਜ਼ ਦੀ ਬਣਾਉਣੀ ਹੈ, ਉਹਨਾਂ ਨੂੰ ਮਿਕਸ ਕਰ ਲਿਆ ਜਾਂਦਾ। ਮਿਕਸ ਕਰਕੇ ਉਸਨੂੰ ਯੀਸਟ ਲਗਾ ਕੇ ਉਹਨੂੰ ਫਿਰ 15-20 ਦਿਨ ਮਹੀਨੇ ਬਾਅਦ ਰੱਖਦੇ। ਜਦੋਂ ਇਹ 'ਚ ਖਮੀਰ ਪੈਦਾ ਹੋ ਜਾਂਦਾ ਅਤੇ ਸਾਰਾ ਆਪਦਾ ਉਹ ਪਾਣੀ ਡਿਸਚਾਰਜ ਹੋ ਜਾਂਦਾ ਇੱਕ ਦੂਜੇ ਨੂੰ, ਉਹਨੂੰ ਫਿਲਟਰ ਕਰਕੇ ਫਿਰ ਉਹਨੂੰ ਸੰਭਾਲ ਲਿਆ ਜਾਂਦਾ। ਵਾਈਨ ਇੱਦਾਂ ਬਣਦੀ ਹੈਗੀ ਸੀ। ਇਹਦੇ ਵਿੱਚ ਇਹ ਹੈਗਾ, ਜਿਹੜੀ ਇੰਡੀਆ ਦੀ ਤੁਸੀਂ ਗੱਲ ਕਰਦੇ ਸੀ, ਇੰਡੀਅਨ ਵਿਸਕੀ ਦੀ, ਦੇਸੀ ਵਿਸਕੀ ਦੀ, ਦੇਸੀ ਵਿਸਕੀ ਦੇ ਵਿੱਚ ਇੱਕ ਸਾਡੇ ਕੋਲ ਇੱਕ ਦੁਖਾਂਤ ਇਹ ਰਿਹਾ ਹੈਗਾ ਕਿ ਲੋਕਾਂ ਨੂੰ ਵਿਸਕੀ ਬਣਾਉਣੀ ਆਉਂਦੀ ਹੈ, ਉਹ ਡਰਦੇ ਵਿੱਚ ਹੀ ਗੌਰਮੈਂਟ ਦੀ ਸਖਤੀ ਕਰਕੇ ਮਾੜੀ ਬਣਾਉਂਦੇ ਨੇ ਅਤੇ ਮਾੜੀ ਪੀ ਜਾਂਦੇ ਨੇ। ਇਸ ਕਰਕੇ ਉਹਨਾਂ ਨੂੰ ਟਾਈਮ ਨਹੀਂ ਮਿਲਦਾ ਉਹਨੂੰ ਮੈਚਿਓਰ ਕਰਨ ਦਾ। ਜੀ 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 ਜਿਹੜੇ ਡਾਕਟਰ ਸਾਹਿਬ ਰੂੜੀ ਮਾਰਕਾ ਦੀ ਗੱਲ ਕਰਦੇ ਆ, ਬੇਸਿਕਲੀ ਜਿਹਨੂੰ ਅਸੀਂ ਦੇਸੀ ਸ਼ਰਾਬ ਕਹਿੰਦੇ ਆ, ਆਮ ਲੋਕ ਘਰਾਂ ਦੇ ਵਿੱਚ ਕੱਢਦੇ ਹੁੰਦੇ ਸੀ, ਚਾਹੇ ਉਹ ਚੋਰੀ ਕੱਢਦੇ ਸੀ, ਚਾਹੇ ਹੁਣ ਵੀ ਕੱਢਦੇ ਆ ਜੀ। ਹਾਂ ਹੁਣ ਵੀ ਕੱਢਦੇ ਆ ਜੀ, ਹੁਣ ਕਾਨੂੰਨ ਦੀ ਉਲੰਘਣਾ ਕਰਕੇ ਕੱਢਦੇ ਆ, ਪਰ ਬਹੁਤ ਜ਼ਿਆਦਾ ਬਦਨਾਮ ਹੋ ਗਈ ਆ ਸ਼ਰਾਬ। ਹਾਂ, ਇਹ ਗੱਲ ਤੁਸੀਂ ਬਹੁਤ ਠੀਕ ਕੀਤੀ ਹੈ। ਐਕਚੁਅਲੀ ਇਹ ਹੁੰਦਾ ਹੈ, ਗਰੀਬ ਆਦਮੀ ਹਮੇਸ਼ਾ ਹੀ ਬਦਨਾਮ ਰਿਹਾ ਸੋਸਾਇਟੀ 'ਚ। ਜੀ ਅਮੀਰ ਆਦਮੀ ਚਾਹੇ ਜਨਾਨੀਆਂ ਨਾਲ ਡਾਂਸ ਕਰਦਾ ਹੋਵੇ, ਚਾਹੇ 5 ਸਟਾਰ ਦੇ ਵਿੱਚ ਨੰਗਾ ਪਿਆ ਹੋਵੇ, ਚਾਹੇ ਉੱਥੇ ਵੱਡੇ ਵੱਡੇ ਬਾਥਰੂਮਾਂ 'ਚ ਸਪਾ ਦੇ ਵਿੱਚ ਲੇਡੀਜ਼ ਨਾਲ ਸਪਾ ਲੈ ਰਿਹਾ ਹੋਵੇ, ਜੀ ਉਹ ਬੰਦਾ ਪਰਦੇ 'ਚ ਰਹਿੰਦਾ, ਉਹ ਸੱਭਿਅਕ ਹੈ। ਗਰੀਬ ਆਦਮੀ ਆਪਣੀ ਗਰੀਬੀ ਕਾਰਨ ਹੀ ਪਰਮਾਤਮਾ ਦੀ ਦਿਖਾਂਤ ਹੀ ਕਹਿ ਲਈ ਅਸੀਂ ਇਹਨੂੰ, ਜਾਂ ਸੋਸਾਇਟੀ ਦਾ ਦਿਖਾ, ਉਹ ਆਪਦੇ ਆਪ ਸੱਭਿਅਕ ਹੈ ਵਿਚਾਰਾ। ਉਹ ਹੁਣ ਉਹਨੇ 200 ਰੁਪਇਆ ਕਮਾਉਣਾ। ਹੁਣ ਇੱਕ ਅਮੀਰ ਆਦਮੀ ਨੇ ਕੀ ਕਰਨੀ ਹੈ, ਬਲੂ ਲੈਬਲ ਦੀ ਸਕੌਚ ਲਿਆਉਣੀ ਹੈ ਜੀ, ਉਦੋਂ ਵੱਡੀ ਲੱਖ ਰੁਪਏ ਵਾਲੀਆਂ ਵੀ ਹੈਗੀਆਂ, 2-2 ਲੱਖ ਵਾਲੀਆਂ ਵੀ ਹੈਗੀਆਂ। ਬਲੂ ਲੈਬਲ ਦੀ ਜਿਹੜੀ ਹੈਗੀ ਉਹ 20,000 ਦੇ ਕਰੀਬ ਸਕੌਚ ਹੈਗੀ ਹੈ ਜੀ। ਉਹਨਾਂ ਨੇ 2 ਬੰਦਿਆਂ ਨੇ ਪੀ ਜਾਣੀ ਹੈ 20,000 ਦੀ। ਜਿਹੜਾ 20,000 ਦੀ ਸਕੌਚ ਪੀ ਰਿਹਾ ਉਹਦੇ ਕੋਲ ਲੱਖਾਂ ਰੁਪਏ ਦੇ ਪੜਦੇ ਵੀ ਨੇ ਲਾਉਣ ਨੂੰ ਜੀ, ਹੈ ਨਾ ਜੀ। ਜਿਹੜਾ ਆਦਮੀ ਹੁਣ 50 ਰੁਪਏ ਦੀ ਥਰ ਲਿਆ ਕੇ 4 ਬੰਦੇ ਸਾਂਝੇ ਪੀ ਰਹੇ ਨੇ ਜਿਹੜੇ ਫੁੱਟਪਾਥ ਦੇ ਉੱਤੇ, ਤਾਂ ਉਹਦਾ ਤਾਂ ਵਿਚਾਰੇ ਦਾ ਨਗੇਜ਼ ਹੀ ਬਦਨਾਮ ਹੋਣਾ, ਵਿਸਕੀ ਨਹੀਂ ਬਦਨਾਮ, ਗਰੀਬੀ ਬਦਨਾਮ ਜੀ। ਡਾਕਟਰ ਸਾਹਿਬ ਇਹਦੇ ਬਾਰੇ ਆਪਾਂ ਚਰਚਾ ਜਾਰੀ ਰੱਖਾਂਗੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ, ਕਿ ਕਿਸ ਤਰ੍ਹਾਂ ਦੇ ਬੰਦੇ ਨੂੰ, ਜੇ ਇਕੋਨੋਮੀ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਸਮੇਤ ਕਈ ਸਟੇਟਸ ਦੀ ਇਕੋਨੋਮੀ ਇੰਡੀਆ ਦੇ ਵਿੱਚ ਖਾਸ ਕਰਕੇ ਸ਼ਰਾਬ ਦੇ ਦੁਆਲੇ ਘੁੰਮਦੀ ਹੈ, ਇਹਨਾਂ ਅਰਕਾਂ ਦੇ ਦੁਆਲੇ ਘੁੰਮਦੀ ਹੈ। ਕਈ ਫੋਰਨ ਵਿਸਕੀਜ਼ ਨੂੰ ਵੀ ਪਰਮਿਟ ਮਿਲੇ ਨੇ ਇੰਡੀਆ ਦੇ ਵਿੱਚ ਵੇਚਣ ਲਈ, ਅਤੇ ਇਹਨਾਂ ਸਾਰੇ ਵਿਸ਼ਿਆਂ 'ਤੇ ਗੱਲ ਕਰਾਂਗੇ ਕਿ ਕਿਸ ਸ਼ਖਸ ਨੂੰ ਕਿਸ ਤਰ੍ਹਾਂ ਦੀ ਵਿਸਕੀ ਜਾਂ ਕਿਸ ਤਰ੍ਹਾਂ ਦੀ ਸ਼ਰਾਬ, ਕਿਸ ਤਰ੍ਹਾਂ ਦਾ ਅਰਕ ਪੀਣਾ ਚਾਹੀਦਾ ਆ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇਸ ਛੋਟੇ ਜਿਹੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਦਰਸ਼ਕਾਂ ਦਾ ਸਵਾਗਤ ਹੈ ਇਸੇ ਰੋਚਕ ਟੌਪਿਕ ਦੇ ਵਿੱਚ ਕਿ ਸ਼ਰਾਬ, ਅਰਕ, ਵਿਸਕੀ, ਸਕੌਚ, ਬੀਅਰ, ਇਹ ਚੀਜ਼ਾਂ ਕੀ ਨੇ ਔਰ ਕਿਸ ਸ਼ਖਸ ਨੂੰ
ਕਿਸ ਤਰ੍ਹਾਂ ਦੀ ਚੀਜ਼ ਪੀਣੀ ਚਾਹੀਦੀ ਹੈ। ਡਾਕਟਰ ਸਾਹਿਬ, ਗੱਲ ਚੱਲ ਰਹੀ ਸੀ ਕਿ ਇਕਨੋਮੀ ਇਹਨਾਂ ਦੇ ਦੁਆਲੇ ਬਹੁਤ ਘੁੰਮਦੀ ਹੈ। ਇੱਕ ਆਮ ਬੰਦਾ ਜੀ ਕੋਈ ਦੇਸੀ ਸ਼ਰਾਬ ਦੇ ਠੇਕੇ ਤੋਂ ਸ਼ਰਾਬ ਲੈਂਦਾ, ਕੋਈ ਘਰੇ ਕੱਢਦਾ ਆ, ਤੇ ਦੂਸਰੇ ਪਾਸੇ ਗੱਲਾਂ ਹੁੰਦੀਆਂ ਨੇ ਕਿ ਸਕਾਚ ਵਿਸਕੀਜ਼ ਦੀਆਂ ਜਿਹੜੀ 20,000 ਰੁਪਏ ਦੀ ਬੋਤਲ ਤੁਸੀਂ ਦੱਸਿਆ 2-2 ਲੱਖ ਦੀ ਵੀ ਹੈ ਜੀ। ਇੱਕ ਆਮ ਵਿਅਕਤੀ ਨੂੰ, ਸਧਾਰਨ ਵਿਅਕਤੀ ਨੂੰ ਕਿਸ ਤਰ੍ਹਾਂ ਦੀ ਸ਼ਰਾਬ ਪੀਣੀ ਚਾਹੀਦੀ ਹੈ? ਕਿ ਉਹਨੂੰ ਆਪਣਾ ਇਕਨੋਮਿਕ ਸਟੇਟਸ ਦੇਖਣਾ ਚਾਹੀਦਾ ਆ, ਜਾਂ ਉਹ ਪੀਣ ਦਾ ਕੋਈ ਤਰੀਕਾ ਡਿਫਰੈਂਟ ਹੁੰਦਾ ਕਿ ਹਰ ਤਰ੍ਹਾਂ ਦੀ ਸ਼ਰਾਬ ਹਰ ਕੋਈ ਪੀ ਸਕਦਾ ਹੈ? ਇਹ ਤੁਸੀਂ ਬਹੁਤ ਸਹੀ ਕਿਹਾ। ਅਸਲ ਰੂਪ ਦੇ ਵਿੱਚ ਜਿੰਨੀਆਂ ਵਿਸਕੀਜ਼ ਨੇ, ਜਿਹਨੂੰ ਆਪਾਂ ਲੀਕਰ ਕਹਿੰਦੇ ਹਾਂ ਜੀ, ਇਹ ਮਿਲਦੀਆਂ ਜੁਲਦੀਆਂ ਹੁੰਦੀਆਂ ਨੇ, ਸਿਰਫ ਇਹਨਾਂ ਦੇ ਸਵਾਦ ਦਾ ਹੀ ਫਰਕ ਹੈ ਜੀ। ਸਵਾਦ ਥੋੜੀ ਜੀਭ ਨਾਲ ਰਿਲੇਟਡ ਤੇ ਪੌਕਟ ਨਾਲ ਹੁੰਦੇ ਨੇ ਜੀ। ਐਕਚੁਅਲੀ ਬਾਕੀ ਜੀਭ ਨੇ ਰਲਾ ਮਿਲਾ ਕੇ ਜੇ ਵਿਸਕੀ ਦੇ ਵਿੱਚ ਮੈਥਨੋਲ ਨਹੀਂ ਹੈ ਜੀ, ਮਥਾਈਲ ਨਹੀਂ ਵਿਸਕੀ, ਤਾਂ ਉਹ ਹਾਰਮਫੁਲ ਹੈ ਹੀ ਨਹੀਂ। ਕੋਈ ਵੀ ਵਿਸਕੀ ਹੈ, ਚਾਹੇ ਤੁਸੀਂ ਰੂੜੀ ਮਾਰਕਾ ਬਣਾ ਰਹੇ ਹੋ, ਚਾਹੇ ਘਰੇ ਬਣਾ ਰਹੇ ਹੋ, ਚਾਹੇ ਰਾਤ ਨੂੰ ਜਲਦੀ ਚ ਕਿਚਨ ਦੇ ਵਿੱਚ ਤੁਸੀਂ ਕੁੱਕਰ 'ਚ ਬਣਾ ਰਹੇ ਹੋ, ਉਹ ਅਗਰ ਉਹ ਐਥਨੋਲ ਵਾਲੀ ਹੈਗੀ ਹੈ, ਐਥਾਈਲ ਵਿਸਕੀ ਹੈਗੀ ਹੈ, ਉਹ ਬਿਲਕੁਲ ਹਾਰਮਫੁਲ ਹੈ ਨਹੀਂ। ਠੀਕ ਹੈ। ਈਵਨ ਦੇਖੋ ਜਿਹੜੀ ਮੈਥਨੋਲ ਵਿਸਕੀਜ਼ ਹੈਗੀਆਂ ਨੇ ਉਹ ਬੜੀਆਂ ਹਾਰਮਫੁਲ ਨੇ, ਕਿਉਂਕਿ ਜਿਹੜਾ ਮੈਥਨੋਲ ਹੈਗਾ ਕਈ ਵਾਰੀ ਵਿਸਕੀ ਦੇ ਵਿੱਚ ਆ ਜਾਂਦਾ ਹੈ। ਈਵਨ ਮੈਂ ਕਈ ਥਾਂ ਤੇ ਸਕੌਚ ਵਿਸਕੀ ਦੇ ਵਿੱਚ ਵੀ ਦੇਖਿਆ ਹੈ। ਸਕੌਚ ਵਿਸਕੀ ਜਿਹੜੀਆਂ ਪਹਿਲਾਂ ਮੈਚੋਰ ਹੁੰਦੀਆਂ ਸੀ 12-12 ਸਾਲ 15-15 ਸਾਲ, ਹੁਣ ਵਰਲਡ ਦੇ ਵਿੱਚ ਇੰਨੀ ਵਿਸਕੀ ਵਿਕਣ ਲੱਗ ਗਈ ਸਕੌਚ, ਕਿਉਂਕਿ ਅਸੀਂ ਲੋਕ ਕੀ ਹੈਗੇ ਆ, ਅਸੀਂ ਮੈਗਜ਼ੀਨ ਟੀਵੀ ਦੇ ਥਰੂ ਵਿਸਕੀ ਖਰੀਦਦੇ ਹਾਂ। ਸਕਾਟਲੈਂਡ ਦੇ ਵਿੱਚ ਇੰਨੀ ਵਿਸਕੀ ਬਣਦੀ ਨਹੀਂ ਜਿੰਨੀ ਵਿਕ ਰਹੀ ਹੈ। ਉਹਦਾ ਰੀਜ਼ਨ ਕੀ ਹੈਗਾ, ਜਿੱਥੋਂ ਅਸੀਂ ਗੱਲ ਕਰਾਂਗੇ ਕਿ ਸਕਾਟਲੈਂਡ ਦੇ ਵਿੱਚ ਅਸੀਂ ਕਹਿੰਦੇ 15 ਸਾਲ 20 ਸਾਲ 18 ਸਾਲ 24 ਸਾਲ 10 ਸਾਲ, ਇਹ ਇੰਨੇ ਸਾਲ ਦੀ ਪੁਰਾਣੀ ਹੈ, ਇੰਨੇ ਈਅਰ ਓਲਡਸ ਹੈ ਜੀ। ਤੇ ਹੁਣ ਜਿਹੜੀ ਪਹਿਲੀ ਗੱਲ ਤਾਂ ਇਹ ਸਾਨੂੰ ਇਹ ਇੱਕ ਗੱਲ ਸਮਝਣ ਦੀ ਲੋੜ ਹੈ ਕਿ ਈਅਰ ਓਲਡਸ ਵਿਸਕੀ ਨੂੰ ਕਿਹਾ ਕਿਵੇਂ ਜਾਂਦਾ ਹੈ ਤੇ ਕਿਉਂ ਕਿਹਾ ਜਾਂਦਾ ਜੀ। ਐਕਚੁਅਲੀ ਸਕਾਟਲੈਂਡ ਦੇ ਵਿੱਚ ਮੈਂ ਦੇਖਿਆ ਕਾਫੀ ਬਰੂਵਰੀ 'ਚ ਜਾ ਕੇ, ਈਵਨ ਮੈਂ ਵਰਲਡ ਵਿਸਕੀ ਸੈਂਟਰ ਵੀ ਵਿਜ਼ਿਟ ਕੀਤਾ ਇਹ ਚੀਜ਼ ਲਈ। ਉਹਦੇ ਵਿੱਚ ਕੀ ਹੈਗਾ ਕਿ ਜਿਹੜੀ ਇੱਕ ਓਕ ਟ੍ਰੀ ਹੈ ਜੀ, ਓਕ ਟ੍ਰੀ ਦੇ ਜਿਹੜੇ ਕਾਸਕ ਬਣਦੇ ਨੇ, ਡਰਮ ਬਣਦੇ ਨੇ ਜੀ, ਉਹ ਡਰਮ ਨੂੰ ਅਲੱਗ-ਅਲੱਗ ਜਿਹੜੀਆਂ ਉਹ ਫੱਟੀਆਂ ਦੇ ਪੱਚਰਾਂ ਦੇ ਨਾਲ ਸੀਲ ਕੀਤਾ ਜਾਂਦਾ ਹੈ। ਉਹਦੇ ਉਹ ਕਿਉਂਕਿ ਬਹੁਤ ਹਾਰਡ ਵੁੱਡ ਹੁੰਦੀ ਹੈ, ਉਹ ਵੁੱਡ ਕਦੇ ਵੀ ਮੈਥਨੋਲ ਨਹੀਂ ਛੱਡਦੀ ਜੀ। ਆਮ ਕਰਕੇ ਜਦੋਂ ਲੱਕੜੀ ਦੇ ਵਿੱਚ ਵਿਸਕੀ ਨੂੰ ਲੰਬਾ ਸਮਾਂ ਰੱਖਦੇ ਆ, ਉਹ ਮੈਥਨੋਲ ਉਹਦੇ ਵਿੱਚ ਪੈਦਾ ਹੋ ਜਾਂਦੀ ਹੈ, ਵਿਸਕੀ ਪੋਇਜ਼ਨਸ ਹੋ ਜਾਂਦੀ ਹੈ। ਓਕ ਦੇ ਵਿੱਚ ਨਹੀਂ ਹੁੰਦੀ। ਕਈ ਵਾਰੀ ਇਹ ਚੀਜ਼ਾਂ ਦਾ ਸਾਨੂੰ ਨਹੀਂ ਪਤਾ ਹੁੰਦਾ। ਓਕ ਦੇ ਵਿੱਚ ਵਿਸਕੀ ਜਦੋਂ ਪਈ ਹੁੰਦੀ ਹੈ, ਆਪਾਂ ਕਹਿੰਦੇ 12 ਸਾਲ ਜਾਂ 13 ਸਾਲ ਜਾਂ 15 ਸਾਲ ਜਾਂ 20 ਸਾਲ ਜਾਂ 25 ਸਾਲ ਈਅਰ ਓਲਡ ਹੈ। ਉਹਦਾ ਰੀਜ਼ਨ ਕੀ ਹੈਗਾ, ਉਹ ਵਿਸਕੀ ਦੇ ਵਿੱਚੋਂ ਇੱਕ ਉਡਨਸੂਲ ਪਦਾਰਥ ਹੁੰਦਾ ਜਿਹੜਾ ਵੈਪੋਰੇਟ ਹੁੰਦਾ ਰਹਿੰਦਾ ਉਡਣ ਵਾਲਾ, ਉਹ ਹੌਲੀ ਹੌਲੀ ਉਹਦੇ ਵੁੱਡ ਦੇ ਥਰੂ ਉਹ 10 ਸਾਲ 'ਚ 12 ਸਾਲ 'ਚ 15 ਸਾਲ 'ਚ ਐਵੇਂ ਇਹ 25 ਸਾਲ ਵਿੱਚ ਜਾ ਕੇ ਕਈ ਵਿਸਕੀਜ਼ ਦਾ ਜਿਹੜਾ ਹੈਗਾ 30% ਜਿਹੜਾ ਹੈਗਾ ਉਹ ਉੜ ਜਾਂਦਾ। 30% ਉਹਦੀ ਘੱਟ, ਇੱਕ ਤਾਂ ਉਹਨੂੰ 25 ਸਾਲ ਸਾਹਮਣੇ ਪੈ ਗਈ ਜੀ ਜੀ, ਇੱਕ ਉਹਦਾ 30 ਤੋਂ 35% ਉਹ ਵਿਸਕੀ ਉੜ ਗਈ, ਇਸ ਕਰਕੇ ਕਾਸਟਲੀ ਬਣ ਗਈ। ਇਸੇ ਕਰਕੇ ਉਹ ਵੁੱਡ ਕਰਕੇ ਮੈਚੋਰ ਹੋਈ, ਉਹਦੀ ਖੁਸ਼ਬੂ ਵੀ ਆਈ। ਉਹ ਵਿਸਕੀਆਂ ਇਸ ਕਰਕੇ ਇਫੈਕਟ ਨਹੀਂ ਕਰਦੀਆਂ। ਪਰ ਜਿਹੜੀਆਂ ਹੁਣ ਸਕੌਚ ਵਿਸਕੀਜ਼ ਆ ਰਹੀਆਂ, ਜਿੰਨੀਆਂ ਵੀ ਇੰਡੀਆ ਦੇ ਵਿੱਚ ਖੁੱਲੀਆਂ ਆ ਰਹੀਆਂ ਨੇ, ਕੰਟੇਨਰਾਂ 'ਚ ਆ ਰਹੀਆਂ ਨੇ, ਉਹ ਸਕਾਟਲੈਂਡ ਦੀਆਂ ਵਿਸਕੀਆਂ ਨੇ, ਪਰ ਉਹ ਮੈਚੋਰਡ ਵਿਸਕੀਆਂ ਨਹੀਂ ਜਿਹੜੀਆਂ ਅਸੀਂ ਮੈਗਜ਼ੀਨਾਂ ਦੇ ਵਿੱਚ ਉਹੀ ਕੰਪੀਟੀਸ਼ਨਾਂ 'ਚ ਲਿਖੀ ਜਾ ਰਹੇ ਹਾਂ, ਟੀਵੀ ਤੇ ਐਡ ਕਰੀ ਜਾ ਰਹੇ ਹਾਂ, ਵੱਡੇ ਵੱਡੇ ਐਕਟਰਾਂ ਦੇ ਹੱਥ ਦੇ ਵਿੱਚ ਬੋਤਲਾਂ ਫੜਾ ਕੇ ਅਸੀਂ ਐਡ ਸੁਣ ਕੇ ਖਰੀਦੀ ਜਾ ਰਹੇ ਹਾਂ। ਦਰਅਸਲ ਉਹ ਤੁਹਾਡੀਆਂ 18 ਵਿਸਕੀ ਵਰਗੀ ਨੇ। ਜਿਵੇਂ ਜਸਟ ਫਾਰ ਐਗਜ਼ਾਮਪਲ ਮੈਂ 1-2 ਥਾਵਾਂ ਤੇ ਟੈਸਟ ਕਰਾਏ, ਜਿਵੇਂ ਇੰਡੀਆ ਦੇ ਵਿੱਚ 2-3 ਮੈਂ ਵਿਸਕੀਆਂ ਦੇਖੀਆਂ। ਇੱਕ ਆਰਸੀ ਵਿਸਕੀ ਹੈ ਇੰਡੀਆ ਦੀ, ਕੋਈ ਰਾਇਲ ਚੈਲੰਜ ਸ਼ਾਇਦ ਉਹਨੂੰ ਕਹਿੰਦੇ ਆ। ਉਹ ਰਾਇਲ ਚੈਲੰਜ ਵਿਸਕੀ ਦਾ ਰਿਜ਼ਲਟ ਵਾਈਜ਼ ਜਿਹੜਾ ਦੇਖਿਆ ਗਿਆ ਹੈਗਾ, ਉਹ ਬਲੈਕ ਲੈਵਲ ਦੇ ਉੱਤੋਂ, ਈਵਨ 12 ਸਾਲੀ ਸਿੰਗਲ ਮਾਲਟ ਦੇ ਉੱਤੋਂ, ਈਵਨ 12 ਸਾਲੀ ਜਿਹੜੀ ਤੁਹਾਡੀ 100 ਪੈਪਰ ਹੈ ਉਹਦੇ ਤੋਂ, ਹੋਰ ਵਿਸਕੀਆਂ ਤੋਂ ਅੱਛਾ ਰਿਜ਼ਲਟ ਹੈ ਉਹਦਾ। ਸਿਰਫ ਗੱਲ ਕੀ ਹੈਗੀ ਕਿ ਸਾਡੀ ਪਤਾ ਨਹੀਂ ਇੰਡੀਆ ਗਵਰਨਮੈਂਟ ਜਾਂ ਸਾਡਾ ਮੀਡੀਆ ਇੰਡੀਆ ਦਾ, ਸਾਡੀ ਗਵਰਨਮੈਂਟ ਕਿਉਂ ਨਹੀਂ ਚਾਹੁੰਦੀ ਕਿ ਸਾਡੀਆਂ ਵਿਸਕੀਆਂ ਪ੍ਰਮੋਟ ਹੋਣ, ਇਹ ਰੱਬ ਜਾਣੇ। ਇਹਦੇ ਪਿੱਛੇ ਕੀ ਕੌਨਸਪੀਰੇਸੀ ਹੈ ਯੂਕੇ ਦੀ ਜਾਂ ਸਾਡੀ ਗਵਰਨਮੈਂਟ ਦੀ। ਉਹ ਸਾਡੀਆਂ ਵਿਸਕੀਆਂ ਨੂੰ ਪ੍ਰਮੋਟ ਹੀ ਨਹੀਂ ਹੋਣ ਦਿੰਦੇ, ਉਲਟਾ ਬਦਨਾਮ ਕਰ ਰਹੇ ਨੇ ਜੀ। ਇੰਡੀਆ ਦੇ ਵਿੱਚ ਵਿਸਕੀਆਂ ਹੋਰ ਵੀ ਬਹੁਤ ਅੱਛੀਆਂ ਬਣ ਸਕਦੀਆਂ ਨੇ, ਜਿਵੇਂ ਹਰਬਲ ਮੈਡੀਸਨ ਦੇ ਉੱਤੇ ਵਿਸਕੀ ਬਣ ਸਕਦੀ ਹੈ। ਜਿਵੇਂ ਅਸੀਂ ਡਾਕਟਰ ਸਾਹਿਬ ਪਹਿਲਾਂ ਇੱਕ ਟੌਪਿਕ ਤੇ ਆਵਾਂਗੇ ਜੀ, ਕਿ ਇੰਗਲੈਂਡ ਦੀ ਗੱਲ ਕਰਦੇ ਆ, ਉੱਥੇ ਦੀਆਂ ਵਿਸਕੀਜ਼ ਵਿਕਦੀਆਂ ਨੇ ਇੰਡੀਆ ਦੇ ਵਿੱਚ ਵੀ ਜੀ। ਇੰਗਲੈਂਡ ਦੇ ਵਿੱਚ ਕਿੰਨੀ ਕੁ ਮਾਤਰਾ ਦੇ ਵਿੱਚ ਵਿਸਕੀ ਬਣਦੀ ਹੈ? ਇੰਗਲੈਂਡ ਨੂੰ ਤਾਂ ਦਰਅਸਲ ਇੱਕ ਸਿਰਫ ਜਿੰਨ ਬਣਾਉਣੀ ਆਉਂਦੀ ਹੈ ਜੀ, ਉਹ ਤੋਂ ਉਹਨੂੰ ਵਿਸਕੀ ਆਉਂਦੀ ਨਹੀਂ ਬਣਾਉਣੀ। ਵਿਸਕੀ ਤਾਂ ਸਕਾਟਲੈਂਡ 'ਚ ਬਣਦੀ ਹੈ, ਉਹ ਤਾਂ ਨਾ ਹੀ ਇੰਗਲੈਂਡ ਦਾ। ਇੰਗਲੈਂਡ ਵਾਲਿਆਂ ਨੂੰ ਤਾਂ ਵਿਸਕੀ ਪੀਣੀ ਵੀ ਨਹੀਂ ਆਉਂਦੀ, ਬਣਾਉਣੀ ਵੀ ਨਹੀਂ ਆਉਂਦੀ। ਮੈਂ ਦੇਖਿਆ ਉਹਨਾਂ ਨੂੰ ਵਿਸਕੀ ਵੁਸਕੀ ਬਾਰੇ ਬੜਾ ਪਤਾ। ਉਹ ਤਾਂ ਜਿਵੇਂ ਤੁਸੀਂ 18 ਲੱਭਦੇ ਫਿਰਦੇ ਹੋ, ਸਭ ਤੋਂ ਮਾੜੀ ਵਿਸਕੀ ਲੱਭਦੇ ਨੇ ਉਹ ਲੋਕ। ਬੜੀ ਕਮਾਲ ਦੀ ਗੱਲ ਹੈ। ਪਰ ਡਾਕਟਰ ਸਾਹਿਬ ਇੱਕ ਚੀਜ਼ ਹੋਰ ਦੱਸੋ ਕਿ
ਇੰਗਲੈਂਡ ਦੇ ਵਿੱਚ ਵਿਸਕੀ ਨਹੀਂ ਬਣਦੀ, ਇੰਡੀਅਨ ਵਿਸਕੀਜ਼ ਬਣਦੀਆਂ ਨੇ, ਇੰਨੀਆਂ ਪਪੂਲਰ ਨਹੀਂ ਹੁੰਦੀਆਂ, ਜਾਂ ਇੰਡੀਆ ਦੀਆਂ ਵਿਸਕੀਜ਼ ਜਿਹੜੀਆਂ ਨੇ ਉਸ ਮਿਆਰ ਦੀਆਂ ਨਹੀਂ ਹੁੰਦੀਆਂ ਜਿਹੜੀਆਂ ਸਕਾਟਲੈਂਡ 'ਚ ਬਣਦੀਆਂ? ਜਾਂ ਐਸਾ ਕੁਝ ਨਹੀਂ ਜੀ, ਇੰਡੀਆ ਦੇ ਵਿੱਚ ਲੋਕ ਬਹੁਤ ਸਿਆਣੇ ਤੇ ਸਮਝਦਾਰ ਨੇ, ਕਿਉਂਕਿ ਸ਼ਾਇਦ ਤੁਹਾਨੂੰ ਇਹ ਨਹੀਂ ਪਤਾ ਹੈਗਾ ਕਿ ਦੁਨੀਆ ਦੇ ਵਿੱਚ ਜਿੰਨੀ ਵਿਸਕੀ ਬਣਦੀ ਹੈ ਉਸ ਵਿਸਕੀ ਦਾ ਜਿਹੜਾ ਮੈਂ ਐਗਜ਼ੈਕਟ ਮੈਂ ਭੁੱਲ ਗਿਆ, ਸ਼ਾਇਦ 1800 ਕੁਛ ਦਾ ਸਰਵੇ ਹੈਗਾ, 1892 ਦਾ ਜਾਂ 89 ਦਾ, ਉਹਦੇ ਵਿੱਚ ਦੁਨੀਆ ਦੇ ਵਿੱਚ 30% ਵਿਸਕੀ ਸਿਰਫ ਇੰਡੀਆ 'ਚ ਯੂਜ਼ ਕੀਤੀ ਜਾਂਦੀ ਹੈ। ਇੰਡੀਆ ਸਾਰੀ ਦੁਨੀਆ ਦੀ, ਮਤਲਬ ਇੰਡੀਆ ਜਿਹੜੀ ਬਹੁਤ ਵੱਡੀ ਮਾਰਕੀਟ ਹੈਗੀ ਹੈ, ਜਿਹੜੀ ਗੱਲ ਸਾਡੇ ਇਕਨੋਮਿਸਟ ਤੇ ਸਾਡੇ ਪੜ੍ਹੇ ਲਿਖੇ ਬੰਦੇ ਤੇ ਸਾਡੀਆਂ ਸਰਕਾਰਾਂ ਨਹੀਂ ਸਮਝਦੀਆਂ। ਹੁਣ ਤੁਸੀਂ ਦੇਖੋ, ਚੰਡੀਗੜ੍ਹ ਜਾਓ, ਦਿੱਲੀ ਜਾਓ, ਕਿਸੇ ਠੇਕੇ ਦੇ ਉੱਤੇ ਇੰਡੀਅਨ ਵਿਸਕੀ ਨਹੀਂ ਮਿਲੂਗੀ। ਏਅਰਪੋਰਟਾਂ ਤੇ ਜਾਓ, ਕਿਤੇ ਇੰਡੀਅਨ ਵਿਸਕੀ ਨਹੀਂ। ਬੇਸਿਕਲੀ ਕੀ ਕਰ ਰਹੇ, ਵੀ ਆਰ ਪ੍ਰਮੋਟਿੰਗ ਟੂ ਦਾ UK ਰੈਵਨਿਊ ਜੀ। ਅਸੀਂ ਕੁਝ ਨਹੀਂ ਕਰ ਰਹੇ, ਅਸੀਂ ਇੰਡੀਆ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ। ਅਸੀਂ ਇੰਡੀਆ ਦੀ ਉਹਦੀ ਇਸ ਕਰਕੇ ਜਦੋਂ ਅਸੀਂ ਉਹਨਾਂ ਨੂੰ ਨੋਇੰਗਲੀ ਉਹਨਾਂ ਦੀਆਂ ਵਿਸਕੀਆਂ ਆਪਦੇ ਮੁਲਕ 'ਚ ਵਾੜ ਕੇ ਅਸੀਂ ਵੇਚ ਰਹੇ ਹਾਂ, ਤਾਂ ਅਸੀਂ ਆਪਦੀਆਂ ਵਿਸਕੀਆਂ ਨੂੰ ਪ੍ਰਮੋਟ ਕਿਉਂ ਕਰਾਂਗੇ? ਗਵਰਨਮੈਂਟ ਨੂੰ ਕੀ ਲੋੜ ਹੈ ਪ੍ਰਮੋਟ ਕਰਨ ਦੀ, ਜੇ ਇੱਥੇ ਤੱਕ ਗਵਰਨਮੈਂਟ ਦੀ ਸਾਜ਼ਿਸ਼ ਹੈਗੀ ਹੈ? ਜੀ ਜੀ ਜੀ। ਅਸੀਂ ਮੈਨੂੰ ਤਾਂ ਹਾਲ ਤੱਕ ਇਹੀ ਨਹੀਂ ਸਮਝ ਆਈ ਵੀ ਇੰਡੀਆ ਦੀ ਗਵਰਨਮੈਂਟ ਇਹ ਕਰ ਕਿਉਂ ਰਹੀ ਹੈ ਜੀ। ਪਰ ਜਿਹੜੀਆਂ ਵਿਸਕੀਜ਼ ਡਾਕਟਰ ਸਾਹਿਬ ਚੱਲ ਰਹੀਆਂ ਨੇ ਇਸ ਵੇਲੇ, ਜਿੰਨੀਆਂ ਇੰਡੀਅਨ ਵਿਸਕੀਜ਼ ਨੇ, ਉਹਨਾਂ ਨੂੰ ਪਹਿਲੀ ਗੱਲ ਤਾਂ ਪਪੂਲਰ ਨਹੀਂ ਕੀਤਾ ਜਾਂਦਾ। ਦੂਜਾ ਜਿਹੜਾ ਸਵਦੇਸ਼ੀ ਵਾਲਾ ਜਿਹੜਾ ਰੂਲ ਹੈ ਉਹ ਇਹਨਾਂ ਤੇ ਨਹੀਂ ਲਾਗੂ ਹੁੰਦਾ, ਤੁਹਾਨੂੰ ਲੱਗਦਾ? ਨਹੀਂ, ਉਹ ਇੱਦਾਂ ਹੈ ਜੀ, ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਣ। ਹੁਣ ਪੋਲੀਟੀਸ਼ੀਅਨ ਤੇ ਪ੍ਰਾਈਮ ਮਿਨਿਸਟਰ ਬੋਲਦੇ ਕੁਛ ਨੇ, ਕਰਦੇ ਕੁਛ ਨੇ ਜੀ ਜੀ। ਉਹ ਇੱਥੇ ਤਾਂ ਇਹ ਹੈਗਾ ਜੀ, ਉਹ ਜਿਵੇਂ ਵੀ ਅਲੱਗ-ਅਲੱਗ ਰਸਤੇ ਨੇ ਜੀ। ਇਸ਼ਾਰਾ ਜਿਹੜਾ ਹੈਗਾ ਹੋਰ ਪਾਸੇ ਹੁੰਦਾ ਹੈ, ਲਾਂਘਾ ਹੋਰ ਪਾਸੇ ਹੁੰਦਾ ਹੈ। ਇਹ ਪ੍ਰੋਬਲਮ ਸਾਡੇ ਮੁਲਕ ਦੀ ਪੋਲੀਟੀਸ਼ੀਅਨਾਂ ਦੀ, ਸਾਡੇ ਲਾਅ ਐਂਡ ਆਰਡਰ ਦੀ, ਸਾਰੇ ਕਿਤੇ ਇਹੀ ਹੈਗਾ। ਇਸ ਕਰਕੇ ਜਿੱਥੇ ਤੱਕ ਇੰਡੀਅਨ ਵਿਸਕੀਜ਼ ਦੀ ਗੱਲ ਹੈ, ਇੰਡੀਅਨ ਲੋਕ ਵਿਸਕੀ ਬਹੁਤ ਅੱਛੀ ਬਣਾਉਣੀ ਜਾਣਦੇ ਨੇ। ਇੰਡੀਆ ਦੇ ਵਿੱਚ ਵਿਸਕੀ ਸਕਾਟਲੈਂਡ ਤੋਂ ਵੀ ਵਧੀਆ ਬਣ ਸਕਦੀ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ। ਔਰ ਇਹਦੇ 'ਚ ਰੈਵਨਿਊ ਵੀ ਬਹੁਤ ਜ਼ਿਆਦਾ ਹੈ। ਰੈਵਨਿਊ ਦੇ ਨਾਲ ਤੁਹਾਨੂੰ ਮੈਂ ਇੱਕ ਗੱਲ ਦੱਸਣ ਲੱਗਿਆ, ਜਿਹੜੀ 16 ਨੰਬਰ 1 ਵਿਸਕੀ ਸੀ, ਉਹ ਦੁਨੀਆ ਦੀਆਂ ਜਿਹੜੀਆਂ 7 ਸਿੰਗਲ ਮਾਲਟ ਵਿਸਕੀਆਂ ਬਣਦੀ ਸੀ, ਉਹਦੇ 'ਚ ਕੰਸੀਡਰ ਹੁੰਦੀ ਸੀ। ਉਹ ਫੈਕਟਰੀ ਉਹ ਬੂਰਬਰੀ ਬੰਦ ਹੋ ਗਈ ਜੀ ਜੀ ਜੀ। ਮਤਲਬ ਜੇ ਤੁਹਾਡੀ 16 ਨੰਬਰ 1 ਵਿਸਕੀ ਦੁਨੀਆ ਦੇ ਵਿੱਚ 7 ਵਿਸਕੀਆਂ 'ਚੋਂ ਫੇਮਸ ਹੋ ਸਕਦੀ ਹੈ, ਤਾਂ ਤੁਹਾਨੂੰ ਕੀ ਪ੍ਰੋਬਲਮ ਹੈ? ਉਦੋਂ ਅੱਗੇ ਜਿਹੜੀ ਸਾਡੇ ਕੋਲ ਮੋਹਨ ਮੀਕਨ ਦੀ ਰਮ ਹੈਗੀ ਹੈ, ਉਹ ਵਰਲਡ ਦੇ ਵਿੱਚ ਜਿਹੜੀਆਂ ਗਿਣੀਆਂ ਹੋਈਆਂ 5 ਰਮ ਨੇ, ਉਹਨਾਂ ਵਿੱਚੋਂ ਇੱਕ ਆਉਂਦੀ ਹੈ ਜੀ ਜੀ। ਬਲ ਗੱਲ ਇਹ ਹੈਗੀ ਹੈ ਕਿ ਸਾਡੇ ਕੋਲ ਨਾ ਤਾਂ ਸਾਡੇ ਕੋਈ ਐਕਟਰ ਜਿਹੜੇ ਐਕਟਿੰਗ ਕਰਨ ਵਾਲੇ ਨੇ, ਇਹ ਵਿਸਕੀ ਆਪਦੇ ਹੱਥ 'ਚ ਫੜ ਕੇ ਉਹਦੀ ਐਕਟਿੰਗ ਕਰਕੇ ਰਾਜੀ ਨੇ, ਕਿਉਂਕਿ ਉਹਨਾਂ ਨੂੰ ਰੈਵਨਿਊ ਨਹੀਂ ਮਿਲਦਾ ਵਿਚਾਰਿਆਂ ਨੂੰ ਐਕਟਿੰਗ ਕਰਨ ਦਾ। ਨਾ ਸਾਡੇ ਕੋਈ ਮੈਗਜ਼ੀਨ ਇਹ ਕੰਮ ਕਰਦੇ ਨੇ, ਨਾ ਸਾਡੀ ਗਵਰਨਮੈਂਟ ਇਹਨੂੰ ਪ੍ਰਮੋਟ ਕਰਦੀ ਹੈ। ਸਾਡੇ ਕੋਲ ਹੋਰ ਵੀ ਹੈਗਾ, ਈਵਨ ਅਸੀਂ ਹਰਬਲ ਮੈਡੀਸਨ ਦੇ ਉੱਤੇ ਬਹੁਤ ਅੱਛੀਆਂ ਵਿਸਕੀਆਂ ਬਣਾ ਸਕਦੇ ਹਾਂ। ਬਿਲਕੁਲ। ਇਹ ਹਰਬਲ ਮੈਡੀਸਨ ਦੇ ਨਾਲ ਕਿਸ ਤਰ੍ਹਾਂ ਵਿਸਕੀ ਬਣਾਉਣ ਦੀ ਜਾਂ ਮੈਨੂਫੈਕਚਰਿੰਗ ਦੀ ਹੈਲਪ ਹੋ ਸਕਦੀ ਹੈ, ਔਰ ਉਹ ਮਾਰਕੀਟ ਕੀ ਹੋ ਸਕਦੀ ਹੈ, ਇਹਦੇ ਲਈ ਅਸੀਂ ਇੱਕ ਬ੍ਰੇਕ ਤੋਂ ਬਾਅਦ ਗੱਲਬਾਤ ਜਾਰੀ ਰੱਖਾਂਗੇ। ਪਰ ਜਿਹੜੀਆਂ ਐਡਵਰਟੀਜ਼ਮੈਂਟਸ ਦੀ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ, ਮੈਂ ਇੱਕ ਵਾਰੀ ਕਲੈਰੀਫਾਈ ਕਰਨਾ ਚਾਹੂੰਗਾ ਕਿ ਵਿਸਕੀ ਦੀ ਜਾਂ ਰਮ ਦੀ ਐਡਵਰਟੀਜ਼ਮੈਂਟ ਅਲਾਊਡ ਨਹੀਂ ਹੈ। ਹਾਲਾਂਕਿ ਉਹ ਸੋਡੇ ਦੀਆਂ ਬੋਤਲਾਂ ਦਾ ਬਹਾਨਾ ਲੈ ਕੇ ਕੰਪਨੀਜ਼ ਬਹੁਤ ਜ਼ਿਆਦਾ ਐਡਵਰਟੀਜ਼ਮੈਂਟ ਕਰਦੀਆਂ ਨੇ, ਔਰ ਕਈਆਂ ਨੇ ਆਡੀਓ ਕੰਪਨੀਜ਼ ਖੋਲ੍ਹਤੀਆਂ ਕਿ ਇਸ ਸੇਮ ਬ੍ਰਾਂਡ ਦੀ ਆਡੀਓ ਕੰਪਨੀ ਔਰ ਉਸ ਆਡੀਓ ਕੰਪਨੀ ਦੀ ਬ੍ਰਾਂਡਿੰਗ ਕੀਤੀ ਜਾਂਦੀ ਹੈ। ਪਰ ਉਹ ਪੈਸਾ ਕਿਤੇ ਨਾ ਕਿਤੇ ਯੂਟਿਲਾਈਜ਼ ਹੋ ਰਿਹਾ ਆ, ਤਾਂ ਇਹਦੇ ਵਿੱਚ ਖੁੱਲ੍ਹ ਦੀ ਜ਼ਰੂਰਤ ਹੈ ਕਿ ਅਸੀਂ ਆਪਣੀ ਇੰਡੀਅਨ ਜਿਹੜਾ ਪ੍ਰੋਡਕਟ ਹੈ, ਇੰਡੀਅਨ ਪ੍ਰੋਡਕਟਸ ਦੇ ਵਿੱਚ, ਕਿਉਂਕਿ ਇਹ ਬਹੁਤ ਪੁਰਾਣੇ ਯੁੱਗਾਂ ਤੋਂ ਚੱਲਦੀ ਆਈ ਹੈ ਇਹ ਚੀਜ਼। ਕਈ ਸ਼ਾਇਦ ਜੇ ਮੈਂ ਅਤਕਥਨੀ ਨਾ ਹੋ ਸਕਦਾ ਮੈਂ ਗਲਤ ਹੋਵਾਂ, ਬਟ ਮੈਨੂੰ ਲੱਗਦਾ ਕਿਤੇ ਨਾ ਕਿਤੇ ਗ੍ਰੰਥਾਂ ਦੇ ਵਿੱਚ ਵੀ ਇਹਨਾਂ ਦਾ ਜ਼ਿਕਰ ਆਉਂਦਾ ਹੈ ਅਰਕਾਂ ਦਾ। ਅਤੇ ਇਹਨੂੰ ਜੇ ਪ੍ਰੋਡਿਊਸ ਕੀਤਾ ਜਾਵੇ, ਇਹਨੂੰ ਪ੍ਰੋਪਰਲੀ ਮੈਨੂਫੈਕਚਰ ਇੰਡੀਆ ਦੇ ਵਿੱਚ ਕੀਤਾ ਜਾਵੇ, ਤਾਂ ਇੰਡੀਆ ਦੀ ਇਕੋਨੋਮੀ ਵੀ ਬਹੁਤ ਜ਼ਿਆਦਾ ਇਸ ਚੀਜ਼ ਤੋਂ, ਪ੍ਰੋਡਕਟ ਤੋਂ ਫਾਇਦਾ ਲੈ ਸਕਦੀ ਹੈ। ਛੋਟੇ ਜਿਹੇ ਬ੍ਰੇਕ ਤੋਂ ਬਾਅਦ ਮਿਲਾਂਗੇ ਔਰ ਗੱਲਾਂ ਕਰਾਂਗੇ ਕਿ ਜੜੀਆਂ ਬੂਟੀਆਂ ਨਾਲ ਵਿਸਕੀ ਕਿਸ ਤਰ੍ਹਾਂ ਬਣ ਸਕਦੀ ਹੈ। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਰੋਚਕ ਟੌਪਿਕ ਦੇ ਵਿੱਚ ਡਾਕਟਰ ਜੋਗਿੰਦਰ ਟਾਈਗਰ ਦੇ ਨਾਲ ਜੋ ਗੱਲਾਂ ਚੱਲ ਰਹੀਆਂ ਨੇ, ਉਹਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਡਿਸਕਸ਼ਨ ਦੇ ਵਿੱਚੋਂ ਕਈ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਨੇ। ਡਾਕਟਰ ਸਾਹਿਬ ਜੀ, ਅਰਕ ਦੀ ਸ਼ਰਾਬ ਦੀ ਜਿਹੜੀ ਅਸੀਂ ਗੱਲ ਕਰਦੇ ਹਾਂ, ਮੈਂ ਬ੍ਰੇਕ ਤੋਂ ਪਹਿਲਾਂ ਵੀ ਇੱਕ ਵਾਰੀ ਸਵਾਲ ਕੀਤਾ ਸੀ ਕਿ ਨੁਕਸਾਨਦਾਇਕ ਹੈ ਜਾਂ ਫਾਇਦੇਮੰਦ ਹੈ। ਇੱਕ ਆਮ ਬੰਦਾ ਜਿਹੜਾ ਆ, ਇਹ ਮੰਨਿਆ ਜਾਂਦਾ ਹੈ ਕਿ ਜੇ ਉਹ ਦੇਸੀ ਸ਼ਰਾਬ ਦੀ ਬੋਤਲ ਲੈ ਕੇ ਤੇ ਉਹ ਪੀ ਕੇ ਤੇ ਘਰ 'ਚ ਵੀ ਰੌਲਾ ਪਾਉਂਦਾ ਆ, ਕਈ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਵੀ ਆਉਂਦੇ ਨੇ। ਅਤੇ ਜਿਹੜੀਆਂ ਪੋਪੂਲਰ ਵਿਸਕੀਜ਼ ਨੇ, ਜਿਨ੍ਹਾਂ ਨੂੰ ਸਕਾਚ, ਵਿਸਕੀ, ਵਾਈਨ, ਹੈ ਨਾ, ਇਹਨਾਂ ਚੀਜ਼ਾਂ ਦੇ ਸਿਰਫ ਫਾਇਦੇ ਹੀ ਗਿਣਾਏ ਜਾਂਦੇ ਨੇ ਕਿ ਇਹਨਾਂ ਦਾ ਬਹੁਤ ਫਾਇਦਾ ਆ। ਨਹੀਂ, ਇਹੋ ਜਿਹਾ ਕੁਛ ਨਹੀਂ ਜੀ। ਦੇਖੋ, ਮੈਂ ਤੁਹਾਡੇ ਸਾਹਮਣੇ ਕੁਛ ਗੱਲਾਂ ਨੰਗੀਆਂ ਕਰਨ ਲੱਗਿਆ। ਉਹੀ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਅਮੀਰ ਆਦਮੀ ਨੂੰ ਕੋਈ ਨੰਗਾ ਨਹੀਂ ਕਰਦਾ ਜੀ।
ਦੇਖੋ ਦਿੱਲੀ ਦੇ ਵਿੱਚ ਤੁਹਾਨੂੰ ਮਹਿਰੌਲੀ ਕਾਂਡ ਦਾ ਪਤਾ ਹੈ ਜੀ, ਜਿਹੜਾ ਚੰਡੀਗੜ੍ਹ ਦੇ ਇੱਕ ਯੰਗ ਮੁੰਡੇ ਨੇ ਕਿਸੇ MP ਦੇ ਬੇਟੇ ਨੇ ਕੀਤਾ ਸੀ, ਉਹਨੇ ਵੀ ਲੇਡੀਜ਼ ਨੂੰ ਗੋਲੀ ਮਾਰ ਕੇ ਮਾਰਤਾ ਸੀਗਾ। ਜੀ, ਇੱਕ ਕਲਕੱਤੇ ਦੇ ਵਿੱਚ ਫੰਕਸ਼ਨ ਦੇ ਵਿੱਚ ਗੋਲੀ ਮਾਰ ਕੇ ਮਾਰਿਆ ਸੀ ਗਾਇਕ ਨੂੰ। ਜੀ, ਇੱਕ ਪੰਜਾਬ ਦੇ ਵਿੱਚ ਅੱਛਾ ਫੰਕਸ਼ਨ ਚੱਲਦਾ ਸੀ, ਉੱਥੇ ਵੀ ਸਕੌਚ ਵਿਸਕੀ ਚੱਲਦੀ ਸੀ ਜਿੱਥੇ ਇੱਕ ਗਾਇਕ ਮਾਰਿਆ ਗਿਆ ਸੀ। ਜੀ, ਐਸਾ ਕੁਝ ਨਹੀਂ ਹੈ। ਜੀ, ਮਤਲਬ ਅਸੀਂ ਕਿਉਂਕਿ ਜਿਹੜੇ ਆਮ ਗਰੀਬ ਬੰਦੇ ਨੇ, ਛੋਟੇ ਛੋਟੇ ਬੰਦੇ ਨੇ, ਉਹ ਸਾਰੇ ਦਿਨ ਦੇ ਥੱਕੇ ਹਾਰੇ ਹੁੰਦੇ ਨੇ ਵਿਚਾਰੇ, ਉਹਨਾਂ ਦੀਆਂ ਗੱਲਾਂ ਸਾਹਮਣੇ ਨੰਗੀਆਂ ਆਉਂਦੀਆਂ ਨੇ। ਉਹ ਜਿਹੜੇ ਵੱਡੇ ਬੰਦੇ ਨੇ ਉਹਨਾਂ ਦੀਆਂ ਗੱਲਾਂ ਨੰਗੀਆਂ ਨਹੀਂ ਹੁੰਦੀਆਂ। ਡਾਕਟਰ ਸਾਹਿਬ ਮੈਂ ਸਿਰਫ ਇਹ ਚੀਜ਼ ਚਾਹੂੰਗਾ, ਮੈਨੂੰ ਗੱਲ ਕਰ ਲੈਂਦੇ। ਈਵਨ ਮੈਂ ਦੇਖਿਆ ਕੋਈ ਵੱਡੇ ਵੱਡੇ ਰੁਤਬੇ ਦੇ ਬੰਦੇ, ਈਵਨ ਬੈਠੇ ਸਟੇਟਾਂ 'ਤੇ ਰੂਲ ਕਰਦੇ ਬੰਦੇ ਵੀ ਹਾਲੇ ਵੱਡੀਆਂ ਵੱਡੀਆਂ ਉਮਰਾਂ ਦੇ ਵਿੱਚ ਲੇਡੀਜ਼ ਨੂੰ ਚੱਕੀ ਫਿਰਦੇ ਨੇ, ਬਗਾਨੀਆਂ ਨੂੰ ਉਹਨਾਂ ਦੇ ਰੌਲੇ ਨਹੀਂ ਪੈਂਦੇ। ਜੀ, ਜੀ, ਤੇ ਸਾਡੇ ਜਿਹੜਾ ਹੈਗਾ ਇੱਕ ਵਿਚਾਰਾ ਗਰੀਬ ਬੰਦਾ, ਜੇ ਕਿਤੇ ਆਪਣੀ ਘਰ ਵਾਲੀ ਨੂੰ ਇਹ ਕਹਦੇ ਵੀ ਰੋਟੀ ਲੇਟ ਕਰਤੀ, ਉਹਦੇ 'ਤੇ ਰੌਲਾ ਪੈ ਜਾਂਦਾ, ਕਿਉਂਕਿ ਮਜ਼ਦੂਰ ਆਦਮੀ ਹੈ, ਭੁੱਖਾ ਹੈ, ਉਹਨੇ ਵਿਚਾਰੇ ਨੇ ਭੁੱਖ ਦੀ ਗੱਲ ਕਰਨੀ ਹੈ। ਇਸ ਕਰਕੇ ਬਦਨਾਮੀ ਹੋਈ ਹੈ ਮਜ਼ਦੂਰਾਂ ਦੀ। ਮਜ਼ਦੂਰ ਕੋਈ ਐਸੀ ਗੱਲ ਨਹੀਂ ਕਿ ਘਟੀਆ ਬਿਸਕੀ ਕੋਈ ਰੌਲਾ ਪਾਉਂਦੀ ਹੈ, ਰੌਲਾ ਤਾਂ ਉਹਨਾਂ ਦੀ ਬੇਬਸੀ ਤੇ ਗਰੀਬੀ ਪਾਉਂਦੀ। ਜੀ ਡਾਕਟਰ ਸਾਹਿਬ, ਮੈਂ ਇੱਕ ਚੀਜ਼ ਇਹਦੇ ਚਾਹੂੰਗਾ ਕਿ ਤੁਸੀਂ ਉਹਨਾਂ ਲੋਕਾਂ ਲਈ ਜਿਹੜੇ ਐਵਰੇਜ ਨੇ ਇਕਨੋਮਿਕਲੀ, ਉਹਨਾਂ ਨੂੰ ਪੀਣ ਦਾ ਇੱਕ ਤਰੀਕਾ ਪਹਿਲਾਂ ਦੱਸੋ, ਤਾਂ ਜੋ ਇਹੋ ਜਿਹੇ ਰੌਲੇ ਜ਼ਰੂਰ ਘਟਣੇ ਚਾਹੀਦੇ ਨੇ ਸਮਾਜ ਦੇ ਵਿੱਚ। ਦੇਖੋ ਗੱਲ ਇਹ ਹੈ ਜੀ, ਇਹ ਮਨੁੱਖ ਦਾ ਆਪਦਾ ਸੁਭਾਅ ਹੈ। ਹੁਣ ਜਿਵੇਂ ਮੈਂ ਬੈਠਾ, ਇਹ ਨਹੀਂ ਕਿ ਸਿੱਖੀ ਮਰੂ, ਉਹ ਮੇਰੇ ਕੋਲ 50 ਬੋਤਲਾਂ ਰੱਖ ਦੋ, ਇਹ ਥੋੜਾ ਹੈਗਾ ਵੀ ਮੈਂ ਬਲੂ ਲੈਵਲ ਲਿਖ ਕੇ ਪੀ ਜੂੰਗਾ। ਇੱਕ ਤਾਂ ਪਹਿਲਾਂ ਬੰਦੇ ਦੀ ਡਿਟਰਮਿਨਡ ਹੋਣਾ ਚਾਹੀਦਾ ਬੰਦੇ ਨੂੰ ਕਿ ਮੈਂ ਇੰਨੀ ਕੁ ਵਿਸਕੀ ਪੀਣੀ ਹੈ। ਵਿਸਕੀ ਦਰਅਸਲ 2 ਜਾਂ 3 ਡਰਿੰਕ ਤੋਂ ਵੱਧ ਨਹੀਂ ਪੀਣੀਆਂ ਚਾਹੀਦੀਆਂ। ਜੀ, ਲੇਡੀਜ਼ ਨੂੰ 1-1.5 ਡਰਿੰਕ ਤੋਂ ਵੱਧ ਨਹੀਂ ਪੀਣੀ ਚਾਹੀਦੀ ਜੇ ਕੋਈ ਲੇਡੀਜ਼ ਪੀਂਦੀ ਹੈ। ਵੈਸੇ ਲੇਡੀਜ਼ ਨੂੰ, ਗਰਭਵਤੀ ਨੂੰ ਤਾਂ ਕਦੇ ਵੀ ਨਹੀਂ ਪੀਣੀ ਚਾਹੀਦੀ, ਬੱਚੇ 'ਤੇ ਬੜਾ ਬੁਰਾ ਇਫੈਕਟ ਹੁੰਦਾ। ਤੇ ਜੈਂਟਸ ਨੂੰ 2-3 ਡਰਿੰਕ ਤੋਂ ਵੱਧ ਕਦੇ ਵੀ ਨਹੀਂ ਪੀਣੀਆਂ ਚਾਹੀਦੀਆਂ। ਉਹ 2-3 ਡਰਿੰਕ ਜਿਹੜੀਆਂ ਨੇ ਉਹ ਉਹਨਾਂ ਨੂੰ ਪੀ ਕੇ ਉਹਦੇ ਨਾਲ ਪ੍ਰੋਪਰ ਖਾਣਾ ਖਾਣਾ ਚਾਹੀਦਾ। ਖਾਣੇ ਦੇ ਵਿੱਚ ਉਹਦੇ ਵਿੱਚ ਦਹੀਂ ਤੇ ਛੋਟੇ ਮੋਟੇ ਜੇ ਗਰੀਬ ਆਦਮੀ ਹੈ ਉਹਦੇ ਲਈ ਮੂੰਗਫਲੀ, ਚਣੇ ਵਗੈਰਾ ਜਾਂ ਸਪਰੋਟਿੰਗ ਜਿਹੜੀਆਂ ਚੀਜ਼ਾਂ ਨੇ ਉਹ ਹੋਣੀਆਂ ਚਾਹੀਦੀਆਂ ਨੇ। ਉਹਦੇ ਨਾਲ ਇੱਕ ਤਾਂ ਹੈਂਗਓਵਰ ਨਹੀਂ ਹੁੰਦਾ, ਇੱਕ ਐਸਿਡਿਟੀ ਨਹੀਂ ਬਣਦੀ। ਜਿਹੜੀ ਐਸਿਡਿਟੀ ਜਦੋਂ ਵਿਸਕੀ ਨੂੰ ਬਣਾਉਂਦੀ ਹੈ ਤਾਂ ਲੀਵਰ ਡੈਮੇਜ ਹੁੰਦਾ। ਜਦੋਂ ਲੀਵਰ ਡੈਮੇਜ ਹੁੰਦਾ ਤਾਂ ਲੀਵਰ ਦਾ ਕੈਂਸਰ ਵਿਸਕੀ ਬਣਾਉਂਦੀ ਹੈ। ਤੇ ਉਹ ਦੂਜੇ ਪਾਸੇ ਸਾਨੂੰ ਜਿਹੜੀ ਹੈਗੀ ਹੈ ਪਾਈਲਸ ਨੂੰ ਉਹ ਸਾਡੀ ਬਾਡੀ ਦੇ ਵਿੱਚ ਜਿਹੜੀ ਪੈਦਾ ਕਰਦੀ ਹੈਗੀ ਹੈ। ਤੀਜੇ ਪਾਸੇ ਜੇ ਵਿਸਕੀ ਨੂੰ ਤੁਸੀਂ ਸੁੱਕੀ ਪੀ ਜਾਂਦੇ ਹੋ ਇੱਦਾਂ ਹੀ, ਉਹ ਲੰਗਸ ਨੂੰ ਖਰਾਬ ਕਰਦੀ ਹੈ ਜ਼ਿਆਦਾ ਰੂਪ ਦੇ ਵਿੱਚ। ਇਸ ਕਰਕੇ ਵਿਸਕੀ ਘੱਟੋ ਘੱਟ ਤੇ ਠੀਕ ਖਾਣੇ ਦੇ ਨਾਲ ਵਿਸਕੀ ਨੂੰ ਪੀਣਾ ਚਾਹੀਦਾ ਹੈ। ਵਿਸਕੀ ਪੀ ਕੇ ਖਾਣਾ ਵੀ ਖਾਣਾ ਚਾਹੀਦਾ ਪ੍ਰੋਪਰ, ਤੇ ਪ੍ਰੋਪਰ ਇੱਕ ਨੀਂਦ ਲੈਣੀ ਚਾਹੀਦੀ ਹੈ ਵਿਸਕੀ ਵਾਸਤੇ। ਬਾਕੀ ਜਿਹੜੀ ਤੁਸੀਂ ਹੋਰ ਕਿਹਾ ਕਿ ਗਰੀਬ ਬੰਦਿਆਂ ਲਈ ਵਿਸਕੀ ਕਿੱਦਾਂ ਦੀ ਹੋਣੀ ਚਾਹੀਦੀ ਹੈ, ਜਿਹੜੇ ਬੰਦੇ ਦਾ ਬਜਟ ਨਾ ਹੋਵੇ, ਉਹਨਾਂ ਨੂੰ ਪਤਾ ਹੁੰਦਾ ਮੇਰਾ ਕਿੰਨਾ ਬਜਟ ਹੈ, ਉੱਦਾਂ ਦੀ ਉਹਨਾਂ ਨੂੰ ਵਿਸਕੀ ਉਹੀ ਲੈਣੀ ਚਾਹੀਦੀ ਹੈ। ਲੋਕਾਂ ਦੀ ਰੀਸ ਦੇ ਵਿੱਚ ਆਪਦੇ ਆਪ ਨੂੰ ਬਰਬਾਦ ਨਹੀਂ ਕਰਨਾ ਚਾਹੀਦਾ। ਜਿਵੇਂ ਹੁਣ ਅਮੀਰ ਬੰਦੇ ਨੇ, ਇਹਨਾਂ ਨੂੰ ਤਾਂ ਕਈ ਤਾਂ ਹੁਣ ਸਾਡੇ ਪੋਲੀਟੀਸ਼ੀਅਨਾਂ ਨੂੰ ਜਾਂ ਕਈ ਇਹੋ ਜਿਹੇ ਬੰਦੇ ਨੇ, ਈਵਨ ਸੁਪਰੀਮ ਕੋਰਟ 'ਚ ਜਸਟਿਸ ਵੀ ਬੈਠੇ ਨੇ ਜਿਹੜੇ ਬਲੂ ਲੈਵਲ ਹੀ ਪੀਂਦੇ ਨੇ। ਅਸੀਂ ਗੱਲ ਇਨਸਾਫ ਦੀ ਕਰਦੇ ਹਾਂ, ਉਹਨਾਂ ਦੀ ਲਿਸਟ ਬਣ ਸਕਦੀ ਹੈ, ਪੋਲੀਟੀਸ਼ੀਅਨ ਦੀ ਲਿਸਟ ਬਣ ਸਕਦੀ ਹੈ, ਬਲੂ ਲੈਵਲ ਹੀ ਪੀਂਦੇ ਨੇ, ਜਾਂ ਕੋਈ ਉਸ ਤੋਂ ਮਹਿੰਗੀ ਵਿਸਕੀ 30-30 ਹਜ਼ਾਰ ਦੀ 40-40 ਹਜ਼ਾਰ ਦੀ ਬੋਤਲ ਪੀਂਦੇ ਨੇ। ਇਹ ਤਾਂ ਬਈ ਇਕਾਨਮੀ 'ਤੇ ਡਿਪੈਂਡ ਕਰਦਾ ਬੰਦੇ ਦੀ ਜਿਹੜੀ ਪੋਕਟ ਹੈ ਕੀ ਅਲਾਉ ਕਰਦੀ ਹੈ। ਬਸ ਪੀਣ ਦਾ ਤਰੀਕਾ ਠੀਕ ਹੋਣਾ ਚਾਹੀਦਾ ਹੈ। ਵਿਸਕੀ ਨੂੰ ਬੇਮਤਲਬ ਨਹੀਂ ਪੀਣਾ ਚਾਹੀਦਾ। ਇੱਕ ਵਿਸਕੀ ਨੂੰ ਦਿਨ 'ਚ ਨਹੀਂ ਪੀਣਾ ਚਾਹੀਦਾ। ਕੰਮਕਾਰ ਤੋਂ ਬਾਅਦ ਰਾਤ ਨੂੰ ਜੇ ਵਿਸਕੀ ਪੀਣੀ ਵੀ ਪੈ ਜੇ, ਵੈਸੇ ਤਾਂ ਅਵਾਇਡ ਕਰੋ, ਤਾਂ 2-3 ਡਰਿੰਕ ਤੋਂ ਵੱਧ ਕਦੇ ਨਾ ਪੀਓ, ਤੇ ਪ੍ਰੋਪਰ ਖਾਣਾ ਖਾਓ ਤੇ ਪ੍ਰੋਪਰ ਆਰਾਮ ਕਰੋ। ਤੇ ਵਿਸਕੀ ਪੀ ਕੇ ਇੱਕ ਫਾਲਤੂ ਥਾਵਾਂ 'ਤੇ ਇੱਧਰ ਉੱਧਰ ਨਹੀਂ ਘੁੰਮਣਾ ਚਾਹੀਦਾ, ਕਿਉਂਕਿ ਵਿਸਕੀ ਪੀਣ ਦੇ ਨਾਲ ਬੰਦਾ ਥੋੜ੍ਹਾ ਜਿਹਾ ਕਈ ਵਾਰੀ ਜੇ ਬੰਦਾ ਆਪਦੇ ਆਪ 'ਚ ਨਾ ਹੋਵੇ, ਅਗਰੈਸਿਵ ਵੀ ਹੋ ਜਾਂਦਾ, ਗੁੱਸੇ 'ਚ ਵੀ ਆ ਜਾਂਦਾ, ਲੜਾਈ ਝਗੜੇ ਦਾ ਡਰ ਰਹਿੰਦਾ। ਵਿਸਕੀ ਪੀ ਕੇ ਇੱਧਰ ਉੱਧਰ ਨਹੀਂ ਘੁੰਮਣਾ ਚਾਹੀਦਾ। ਉਹਨੂੰ ਨਾ ਡਰਾਈਵਿੰਗ ਕਰਨੀ ਚਾਹੀਦੀ ਹੈ। ਵਿਸਕੀ ਉਦੋਂ ਪੀਣੀ ਚਾਹੀਦੀ ਜਦੋਂ ਬੰਦਾ ਆਪਦੇ ਘਰ ਪਹੁੰਚੇ ਜਾਂ ਆਪਦੇ ਟਿਕਾਣੇ 'ਤੇ ਪਹੁੰਚੇ। ਜੀ ਡਾਕਟਰ ਸਾਹਿਬ, ਹਰਬਸ ਦੀ ਗੱਲ ਕਰਦੇ ਹਾਂ, ਜੜੀਆਂ ਬੂਟੀਆਂ ਕਿਸ ਤਰੀਕੇ ਨਾਲ ਮਦਦ ਕਰ ਸਕਦੀਆਂ ਨੇ ਇੰਡੀਆ ਦੀ ਸ਼ਰਾਬ ਦੀ ਇਕਨੋਮੀ ਨੂੰ ਬੈਲੈਂਸ ਕਰਨ ਲਈ ਜਾਂ ਉਹਦੇ 'ਚੋਂ ਪ੍ਰੋਫਿਟ ਗੇਨ ਕਰਨ ਲਈ? ਇਹ ਬਹੁਤ ਤੁਸੀਂ ਕਮਾਲ ਦੀ ਗੱਲ ਕੀਤੀ ਹੈ। ਹੁਣ ਮੈਂ ਪਿੱਛੇ ਜੇ ਦੇਖ ਰਿਹਾ ਸੀਗਾ, ਜਿਵੇਂ ਸਕਾਟਲੈਂਡ ਵਾਲਿਆਂ ਨੇ ਇੱਕ ਮਰੰਜੀ ਨਾਂ ਦੀ ਵਿਸਕੀ ਕੱਢੀ, ਉਹਦੇ 'ਚ ਔਰੰਜ ਮਰੰਜੀ ਕਹਿਤਾ, ਉਹਨੂੰ ਔਰੰਜ ਪਾਤਾ, ਸਿਰਫ ਇੰਨਾ। ਉਹ ਮਾਰਕੀਟ 'ਚ ਵਿਕ ਨਹੀਂ ਰਹੀ ਹੈ 7000 ਦੀ ਬੋਤਲ। ਸਾਡੇ ਲੋਕ ਜਿਹੜੇ ਨੇ ਇਹ ਸਾਰੀਆਂ ਚੀਜ਼ਾਂ ਪੈਦਾ ਕਰ ਸਕਦੇ ਨੇ, ਬਣਾ ਸਕਦੇ ਨੇ। ਸਾਨੂੰ ਨਾ ਵੱਡੀਆਂ ਵੱਡੀਆਂ ਫੈਕਟਰੀਆਂ 'ਤੇ ਕੰਸਨਟਰੇਟ ਨਹੀਂ ਕਰਨਾ ਚਾਹੀਦਾ। ਜਿਵੇਂ ਸਕਾਟਲੈਂਡ ਦੇ ਵਿੱਚ ਬਰੂਵਰੀਜ਼ ਨੇ, ਬਰੂਵਰੀਜ਼ ਜੇ ਬੰਦਾ ਕੋਈ ਚਲਾਉਣਾ ਚਾਹੁੰਦਾ, ਉਹ ਪ੍ਰੋਪਰ ਲਾਇਸੈਂਸ ਲੈ ਕੇ ਫਾਰਮੈਲਿਟੀਜ਼ ਪੂਰੀਆਂ ਕਰੇ, ਉਹਨਾਂ ਦਾ ਰੈਵਨਿਊ ਪੂਰਾ ਕਰੇ ਤੇ ਆਪਦਾ ਸਟੈਂਡਰਡ ਪੂਰਾ ਕਰੇ, ਉਹਨੂੰ ਬਰੂਵਰੀ ਦਾ ਲਾਇਸੈਂਸ ਮਿਲਦਾ। ਇੰਡੀਆ ਦੇ ਵਿੱਚ ਜੇ ਕੋਈ ਜਾਣਕਾਰ ਬੰਦਾ ਬਰੂਵਰੀ ਚਲਾਉਣੀ ਚਾਹੁੰਦਾ, ਉਹਨੂੰ ਗੌਰਮੈਂਟ ਪਰਮਿਟ ਨਹੀਂ ਕਰਦੀ, ਕਿਉਂਕਿ ਬਰੂਵਰੀ ਚਲਾਉਣ ਲਈ ਇੱਥੇ ਕਰਪਸ਼ਨ ਬਹੁਤ ਹੈ, ਪੈਸਾ ਬਹੁਤ ਦੇਣਾ ਚਾਹੁੰਦਾ। ਤੇ ਹੁਣ ਜਿਹੜੇ ਬੰਦਿਆਂ ਨੂੰ ਜਿਹਨਾਂ ਦਾ ਆਰਟ ਹੈ, ਜਿਹਨਾਂ ਕੋਲ ਕੋਈ ਕਲਾ ਹੈ, ਉਹਨਾਂ ਕੋਲ ਪੈਸਾ ਨਹੀਂ। ਠੀਕ ਹੈ ਨਹੀਂ। ਹੁਣ ਜਿਵੇਂ ਅਸੀਂ ਸੌਂਫ ਤੋਂ ਬਣਾ ਸਕਦੇ ਹਾਂ ਵਿਸਕੀ ਨੂੰ, ਦਾਲਚੀਨੀ ਤੋਂ ਬਣਾ ਸਕਦੇ ਹਾਂ ਵਿਸਕੀ ਨੂੰ, ਅਸੀਂ ਹਾਰਡ ਵੇਹੜੇ ਤੇ ਔਲੇ ਤੋਂ ਵਿਸਕੀ ਬਣਾ ਸਕਦੇ ਹਾਂ, ਬਹੁਤ ਵਧੀਆ ਵਿਸਕੀ ਬਣਦੀ ਹੈ। ਤੇ ਔਰੰਜ ਦੇ ਛਿਲਕੇ ਤੋਂ ਬਣਾ ਸਕਦੇ ਹਾਂ, ਗੁਲਾਬ ਤੋਂ ਬਣਾ ਸਕਦੇ ਹਾਂ, ਪੁਨਰਨੇਵੇ ਤੋਂ ਬਣਾ ਸਕਦੇ ਹਾਂ,
ਹੋਰ ਬੜੀਆਂ ਵਿਸਕੀਜ਼ ਨੇ, ਮਾਈਂਡ ਲਈ ਵਿਸਕੀ ਬਣ ਸਕਦੀ ਹੈ, ਹਾਰਟ ਲਈ ਸਪੈਸ਼ਲ ਵਿਸਕੀ ਬਣ ਸਕਦੀ ਹੈ, ਕਿਡਨੀ ਲਈ ਸਪੈਸ਼ਲ, ਕਿਡਨੀ ਲਈ ਜਿਵੇਂ ਹੁਣ ਸਲੇਰੀ ਹੈ, ਸਲੇਰੀ ਕਿਡਨੀ ਵਾਲੀ, ਜੇ ਬੰਦਾ ਸਲੇਰੀ ਵਾਲੀ ਵਿਸਕੀ ਪੀਂਦਾ ਹੈ ਉਹਦੀ ਕਿਡਨੀ ਕਦੇ ਡੈਮੇਜ ਹੀ ਨਹੀਂ ਹੋ ਸਕਦੀ। ਹਾਰਟ ਲਈ ਜੇ ਬੰਦਾ ਔਲਾ ਬੇਹੜਾ ਤੇ ਪੁੰਨਰਨੇਵਾ ਤੋਂ ਤਿਆਰ ਕੀਤੀ ਵਿਸਕੀ ਪੀਂਦਾ ਉਹਦਾ ਹਾਰਟ ਡੈਮੇਜ ਹੀ ਨਹੀਂ ਹੋ ਸਕਦਾ ਕਦੇ, ਨਾ ਲੀਵਰ ਡੈਮੇਜ ਹੋਵੇ। ਪਰ ਇਹ ਹੈਗਾ ਵੀ ਕੋਈ ਇਹਦੇ ਤੇ ਕੋਸ਼ਿਸ਼ ਨਹੀਂ ਕਰਦਾ, ਨਾ ਗੌਰਮੈਂਟ ਚਾਹੁੰਦੀ ਹੈ। ਜੀ ਜੀ ਜੀ। ਗੌਰਮੈਂਟ ਜੇ ਚਾਹੂਗੀ ਲੋਕਾਂ ਨੂੰ ਇਹ ਕਹੂਗੀ ਕਿ ਤੁਸੀਂ ਵਧੀਆ ਕਿਸਮ ਦੀ ਵਿਸਕੀ ਤਿਆਰ ਕਰੋ, ਵਿਸਕੀਆਂ ਇੱਥੇ ਤਿਆਰ ਹੋਣਗੀਆਂ, ਸਕੌਚ ਨੂੰ ਕੋਈ ਪੀਣਾ ਪਸੰਦ ਵੀ ਨਹੀਂ ਕਰੂਗਾ। ਸਾਡਾ ਰੈਵਨਿਊ ਘੱਟੋ ਘੱਟ ਜਿਹੜਾ ਅਰਬਾਂ ਖਰਬਾਂ ਰੁਪਈਆ ਯੂਕੇ ਨੂੰ ਜਾ ਰਿਹਾ ਹੈ ਜਾਂ ਹੋਰ ਮੁਲਕਾਂ ਨੂੰ ਜਾ ਰਿਹਾ, ਉਹ ਸਾਡੇ ਮੁਲਕ 'ਚ ਰਹੂਗਾ ਜੀ ਜੀ। ਤੇ ਲੋਕਾਂ ਨੂੰ ਖੁਸ਼ਹਾਲ ਹੋਣਗੇ। ਸਾਡੇ ਅਸੀਂ ਇਹ ਹੈਗਾ ਕਿ ਸਾਡੀਆਂ ਗੌਰਮੈਂਟਾਂ ਨਾਅਰੇ ਲਾਉਂਦੀਆਂ ਨੇ, ਮੁਲਕ ਨੂੰ ਲਟਾਉਂਦੀਆਂ ਨੇ, ਲੋਕਾਂ ਦੇ ਜਿਹੜੇ ਨੇ ਵਿਜ਼ਡਮ ਹੈ ਉਹਨੂੰ ਦਬਾਉਂਦੀਆਂ ਨੇ। ਗੌਰਮੈਂਟ ਦਾ ਕੰਮ ਹੈ। ਜੀ ਜੀ। ਤੇ ਡਾਕਟਰ ਸਾਹਿਬ ਇੱਕ ਚੀਜ਼ ਹੋਰ ਇਹਦੇ ਵਿੱਚ ਸਾਫ਼ ਕਰੋ ਸਾਨੂੰ ਕਿ ਜਿਹੜੀ ਵਾਈਨ ਹੈ ਜੀ ਨਾ, ਉਹਦੇ ਬਾਰੇ ਅਕਸਰ ਕਿਹਾ ਜਾਂਦਾ ਆ ਕਿ ਵਾਈਨ ਪੀਣੀ ਬਹੁਤ ਸਿਹਤ ਲਈ ਅੱਛੀ ਹੈ, ਜਦ ਕਿ ਆਮ ਵਿਸਕੀ ਜਿਹੜੀ ਪੀਣੀ ਹੈ ਉਹ ਜ਼ਿਆਦਾ ਅੱਛੀ ਨਹੀਂ ਹੈ, ਵਾਈਨ ਲੀਵਰ ਲਈ ਅੱਛੀ ਹੈ। ਕਿ ਇਹ ਆਹੀ ਚੀਜ਼ਾਂ ਨੇ ਕਿ ਅਲੱਗ-ਅਲੱਗ ਜੜੀਆਂ ਬੂਟੀਆਂ ਤੋਂ ਜਾਂ ਅਲੱਗ-ਅਲੱਗ ਕੰਟੈਂਟਸ ਤੋਂ ਬਣੀਆਂ ਹੋਈਆਂ ਚੀਜ਼ਾਂ ਨੇ, ਉਹਦੇ ਕਰਕੇ ਹੈ ਸਰ? ਨਹੀਂ, ਵਾਈਨ ਦਰਅਸਲ ਇੱਦਾਂ ਹੈ ਜੀ, ਉਹ ਡਾਇਰੈਕਟ ਰੂਪ ਦੇ ਵਿੱਚ ਖਮੀਰ ਹੁੰਦਾ। ਜਿਹੜੀ ਖਮੀਰ ਵਾਲੀ ਚੀਜ਼ ਹੈ ਉਹ ਬਾਡੀ ਨੂੰ ਹਮੇਸ਼ਾ ਹੀ ਯੂਜ਼ਫੁਲ ਹੁੰਦੀ ਹੈ, ਪਰ ਜ਼ਿਆਦਾ ਵਾਈਨ ਪੀਣ ਨਾਲ ਕਿਡਨੀ ਤੇ ਬੜਾ ਇਫੈਕਟ ਹੁੰਦਾ ਹੈ, ਯੂਰਿਕ ਐਸਿਡ ਵੀ ਵਧਾਉਂਦੀ ਹੈ ਜੀ। ਤੇ ਵਿਸਕੀ ਜਿਹੜੀ ਹੈਗੀ ਜੇ ਘੱਟ ਪੀਂਦੇ ਹੋ ਇਹ ਘੱਟ ਇਫੈਕਟ ਕਰਦੀ ਹੈ ਜੀ। ਪਰ ਵਿਸਕੀ ਘੱਟ ਪੀਣੀ ਚਾਹੀਦੀ ਹੈ। ਵਾਈਨ ਨੂੰ ਇਹ ਹੈਗਾ ਕਿ ਤੁਸੀਂ ਅੱਧੀ ਬੋਤਲ ਪੀ ਜਾਂਦਾ ਬੰਦਾ, ਕਈ ਵਾਰੀ ਬੋਤਲ ਵੀ ਪੀ ਜਾਂਦਾ। ਜੇ ਵਾਈਨ ਦਾ 1-2 ਗਲਾਸ ਪੀਂਦਾ ਫਿਰ ਵਾਈਨ ਵਾਕਈ ਵਿਸਕੀ ਦੇ ਮੁਕਾਬਲੇ ਯੂਜ਼ਫੁਲ ਜ਼ਿਆਦਾ। ਜੀ। ਤੇ ਡਾਕਟਰ ਸਾਹਿਬ ਕਦੇ ਗਵਰਨਮੈਂਟ ਨੂੰ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਬਰੀਵਰੀਜ਼ ਨੂੰ ਜਾਂ ਕੋਈ ਪ੍ਰਾਈਵੇਟ ਫਰਮਸ ਨੂੰ ਕਦੇ ਕੋਈ ਸੁਝਾਅ ਗਿਆ ਤੁਹਾਡੇ ਵੱਲੋਂ ਜਾਂ ਕਿਸੇ ਹੋਰ ਵਿਅਕਤੀਆਂ ਵੱਲੋਂ ਜਾਂ ਕੰਪਨੀਜ਼ ਵੱਲੋਂ ਕਿ ਇੰਡੀਆ ਦੇ ਵਿੱਚ ਇਹਨੂੰ ਪ੍ਰਮੋਟ ਕਰਨਾ ਚਾਹੀਦਾ ਆ, ਜਾਂ ਉਧਰ ਕੋਈ ਸੋਚਦਾ ਨਹੀਂ ਹੈ? ਵੀ ਗਵਰਨਮੈਂਟ ਤਾਂ ਉਧਰ ਦੇਖਦੀ ਹੈ ਜਿੱਧਰ ਵੱਡੇ ਬੈਗ ਤੇ ਬੋਰੀਆਂ ਉਹਨਾਂ ਨੇ ਪੈਸੇ ਨਹੀਂ ਭਰਨੀਆਂ, ਉਹਨਾਂ ਦੀ ਸੁਝਾਅ ਲੈਂਦੀ ਹੈ ਜੀ। ਉਹਨਾਂ ਨੇ ਸਾਡੇ ਵਰਗੇ ਬੰਦੇ ਤੋਂ ਸੁਝਾਅ ਲੈ ਕੇ ਕੀ ਲੈਣਾ, ਸਾਡੇ ਤੋਂ ਉਹਨਾਂ ਨੂੰ ਕੀ ਮਿਲਣਾ ਹੈ? ਅਸੀਂ ਤਾਂ ਵੱਧ ਤੋਂ ਵੱਧ ਅਸੀਂ ਕਹਿ ਸਕਦੇ ਹਾਂ ਵੀ ਫਲਾਣੀ ਜੜੀ ਬੂਟੀ ਚੰਗੀ ਆ ਲੈ ਜਾ, ਉਹਨੂੰ ਕਹਿਣਾ ਵੀ ਇੱਥੋਂ ਕੀ ਲੈਣਾ ਵਿਚਾਰੇ ਤੋਂ। ਜੀ ਜੀ। ਠੀਕ ਹੈ ਨਹੀਂ, ਗਵਰਨਮੈਂਟ ਨੇ ਤਾਂ ਉਹਨਾਂ ਦੀ ਸੁਝਾਅ ਲੈਣੇ ਨੇ, ਜਿਹਨਾਂ ਦੀ ਸੁਝਾਅ ਦੇ ਵਿੱਚ ਵੱਡੇ ਵੱਡੇ ਲਿਫਾਫੇ, ਵੱਡੇ ਵੱਡੇ ਬਰੀਫ ਕੇਸ, ਵੱਡੇ ਵੱਡੇ ਬੋਰੀਆਂ ਦੇ ਪੈਸੇ ਭਰੇ ਹੋਏ ਹੋਣ। ਗਵਰਨਮੈਂਟ ਉਹਨਾਂ ਦੀ ਸੁਝਾਅ ਲੈ ਕੇ ਬੜੀ ਖੁਸ਼ ਹੈਗੀ ਹੈ, ਉਹਨਾਂ ਦੀ ਸੁਝਾਅ ਇਸਤੇਮਾਲ ਵੀ ਕੀਤੇ ਜਾਂਦੇ ਨੇ। ਗਵਰਨਮੈਂਟਾਂ ਇਸੇ ਲਈ ਹੁੰਦੀਆਂ ਨੇ, ਅਮੀਰਾਂ ਦੀਆਂ ਗਵਰਨਮੈਂਟਾਂ ਨੇ, ਅਮੀਰਾਂ ਦੀ ਸੁਝਾਅ ਨੇ, ਅਮੀਰਾਂ ਦੀ ਸਮਾਨ ਹੈ ਤੇ ਗਰੀਬ ਕੰਮ ਕਰਦੇ ਨੇ, ਗਰੀਬਾਂ ਦੀ ਉਹ ਬਦਨਾਮੀ ਹੈ, ਗਰੀਬਾਂ ਨੂੰ ਇਗਨੋਰ ਕੀਤਾ ਜਾਂਦਾ ਹੈ। ਮਸਲਾ ਇੱਥੇ ਹੀ ਹੈ, ਹੋਰ ਕੁਛ ਨਹੀਂ। ਜਦ ਕਿ ਵੋਟਾਂ ਆਮ ਬੰਦਿਆਂ ਦੀਆਂ ਹੁੰਦੀਆਂ ਨੇ ਤੇ ਡਾਕਟਰ ਸਾਹਿਬ ਨੇ ਜਿਸ ਤਰ੍ਹਾਂ ਕਿਹਾ ਕਿ ਸੋਚ ਜਿਹੜੀ ਹੈ ਉਹ ਸਕੌਚ ਵਰਗੀ ਹੁੰਦੀ ਹੈ ਜਾਂ ਵਾਈਨ ਵਰਗੀ ਹੁੰਦੀ ਹੈ, ਸਾਨੂੰ ਬਹੁਤ ਧਿਆਨ ਦੇਣਾ ਚਾਹੀਦਾ ਔਰ ਸਰਕਾਰ ਦਰਬਾਰ 'ਚ ਵੀ ਇਹੀ ਇੱਕ ਗੱਲ ਅੱਗੇ ਵਧਾਉਣੀ ਚਾਹੀਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਇਸ ਇੰਡਸਟਰੀ ਨੂੰ ਇਗਨੋਰ ਨਹੀਂ ਕੀਤਾ ਜਾਣਾ ਚਾਹੀਦਾ। ਜਿੱਥੇ ਕੰਜ਼ੰਪਸ਼ਨ ਬਹੁਤ ਜ਼ਿਆਦਾ ਆ, ਜਿੱਥੇ ਸ਼ਰਾਬ ਦੇ ਠੇਕੇ ਹਰ ਮਾਰਚ ਦੇ ਵਿੱਚ, ਅਪ੍ਰੈਲ ਦੇ ਵਿੱਚ ਚੇਂਜ ਹੁੰਦੇ ਨੇ ਔਰ ਲੱਖਾਂ ਕਰੋੜਾਂ ਦੀ ਆਮਦਨ ਉਹਨਾਂ ਤੋਂ ਕਮਾਈ ਜਾਂਦੀ ਹੈ, ਤਾਂ ਉਸ ਚੀਜ਼ ਦੀ ਪ੍ਰੋਡਕਸ਼ਨ ਦੇ ਵਿੱਚੋਂ ਕਿੰਨੀ ਕਮਾਈ ਹੋ ਸਕਦੀ ਹੈ ਜਾਂ ਉਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਕੇ ਦੇਸ਼ ਕਿੰਨਾ ਉੱਨਤ ਹੋ ਸਕਦਾ ਆ, ਇਸ ਚੀਜ਼ ਵੱਲ ਵੀ ਸਾਨੂੰ ਸੋਚਣਾ ਚਾਹੀਦਾ ਹੈ। ਅੱਜ ਦੇ ਲਈ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅਗਲੇ ਐਪੀਸੋਡ 'ਚ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਫਨ ਵਿਲਾ ਦੇ ਵਿੱਚ ਸਾਡੀ ਸਾਰੀ ਟੀਮ, ਜਿਸ ਤਰ੍ਹਾਂ ਜਤਿੰਦਰ ਨੇ, ਵਿਰਕ ਨੇ, ਸਾਰੇ ਕੈਮਰਾਮੈਨ, ਮੇਕਅਪ ਮੈਨ, ਸਾਰੇ ਅਸੀਂ ਆਪ ਉੱਥੇ ਆਈਏ। ਜੀ ਆਇਆਂ ਨੂੰ ਜੀ, ਤੁਸੀਂ ਜਦੋਂ ਮਰਜੀ ਆਓ। ਫਨ ਵਿਲ ਮੇਰਾ ਕਰ ਦਿਓ ਤਾਂ ਲੋਕਾਂ ਦਾ ਜੀ, ਮੈਂ ਤਾਂ ਤੁਹਾਡੇ ਵਾਂਗੂ ਹੈਗਾ, ਉੱਥੇ ਜਾ ਕੇ ਬੈਠ ਜਾਣਾ। ਵੈਲਕਮ, ਕੋਈ ਵੀ ਆਵੇ ਉੱਥੇ, ਥੈਂਕ ਯੂ, ਚੰਗਾ ਲੱਗੂ। ਤੇ ਡਾਕਟਰ ਸਾਹਿਬ ਦਾ ਫੋਨ ਨੰਬਰ ਅਸੀਂ YouTube ਪੇਜ ਤੇ ਔਰ Facebook ਪੇਜ ਤੇ ਲਿਖਿਆ ਹੋਇਆ, ਜਿਹੜਾ ਕੋਈ ਡਾਕਟਰ ਸਾਹਿਬ ਨਾਲ ਸਿੱਧੀ ਗੱਲ ਕਰਨੀ ਚਾਹੁੰਦਾ ਹੈ ਤਾਂ ਜ਼ਰੂਰ ਕਰੇ। ਅੱਜ ਦੇ ਲਈ ਇੰਨਾ ਹੀ ਕਾਫੀ। ਥੈਂਕ ਯੂ ਜੀ।